ਪਾਠ ਕਰਨਾ ਕਿਤਾਬ ਦਾ ਔਰ ਗੱਲਬਾਤ ਕਰਨੀ ਆਪਸ ਜੁੜੇ ਹੋਏ, ਕਿਉਂਕਿ ਸਾਹਿਤ ਵੀ ਤਾਂ ਸਮਾਜ ਦਾ ਹਿੱਸਾ ਹੈ ਨਾ। ਸੋ ਤੁਸੀਂ ਸਾਹਿਤ ਪੜ੍ਹਦੇ ਹੋ ਤਾਂ ਸਮਾਜ ਦੇ ਵਿੱਚ, ਕਮਿਊਨਿਟੀ ਦੇ ਵਿੱਚ ਪਾਰਟੀਸਪੇਟ ਕਰ ਰਹੇ ਹੋ। ਸਾਹਿਤ ਤੁਹਾਨੂੰ ਗੱਲਬਾਤ ਕਰਨਾ ਸਿਖਾਉਂਦਾ। ਇਸ ਵੇਲੇ ਲੱਗਦਾ ਸੀ ਵੀ ਕਿਤਾਬਾਂ ਰਿਪਲੇਸ ਹੋ ਜਾਣਗੀਆਂ, ਬੜੀ ਟੈਕਨੋਲੋਜੀ ਆ ਗਈ ਹੈ, ਪਰ ਕਿਤਾਬ ਰਿਪਲੇਸ ਨਹੀਂ ਹੋਈ। ਕਿਤਾਬ ਰਿਪਲੇਸ ਕਿਹੜੀ ਹੋਈ ਹੈ? ਜਿਹੜੀ ਸਾਹਿਤਕ ਨਹੀਂ ਸੀ, ਜਾਂ ਐਨਸਾਈਕਲੋਪੀਡੀਆ ਹੋਏ, ਡਿਕਸ਼ਨਰੀਜ਼ ਹੋਈਆਂ, ਅਤੇ ਜਾਂ ਫਿਰ ਉਹ ਕਿਤਾਬਾਂ ਹੋਈਆਂ ਜਿਹੜੀਆਂ ਤੁਸੀਂ ਇੱਕ ਵਾਰੀ ਪੜ੍ਹ ਕੇ ਛੱਡ ਦੇਣੀਆਂ। ਸਾਹਿਤ ਉਹ ਚੀਜ਼ ਨਹੀਂ ਜਿਹੜੀ ਇੱਕ ਵਾਰੀ ਪੜ੍ਹ ਕੇ ਛੱਡਦੀ ਹੈ। ਜਦੋਂ ਮੈਂ ਅੰਗਰੇਜ਼ੀ ਔਰ ਪੰਜਾਬੀ ਦੋਵਾਂ 'ਚ ਕੰਮ ਕਰਦਾ ਤਾਂ ਮੈਨੂੰ ਪੰਜਾਬੀ ਵੀ ਹੋਰ ਤਰ੍ਹਾਂ ਦਿਸਦੀ, ਜਿਹੜੀ ਇਕੱਲੀ ਪੰਜਾਬੀ ਪੜ੍ਹ ਕੇ ਨਹੀਂ ਸੀ ਦਿਸਦੀ। ਅੰਗਰੇਜ਼ੀ ਹੋਰ ਤਰ੍ਹਾਂ ਦਿਸਦੀ, ਜਿਹੜੀ ਇਕੱਲੀ ਅੰਗਰੇਜ਼ੀ ਪੜ੍ਹ ਕੇ ਨਹੀਂ ਸੀ ਦਿਸਦੀ। ਦੋਸਤੋ, ਅੱਜ ਸਾਡੇ ਨਾਲ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਜੁੜੀ ਹੋਈ ਆ। ਮੇਰੀ ਮੁਰਾਦ ਪ੍ਰੋਫੈਸਰ ਰਾਜੇਸ਼ ਸ਼ਰਮਾ ਤੋਂ ਹੈ। ਪ੍ਰੋਫੈਸਰ ਰਾਜੇਸ਼ ਸ਼ਰਮਾ ਕੋਈ ਪਿਛਲੇ 32 ਸਾਲਾਂ ਤੋਂ ਅੰਗਰੇਜ਼ੀ ਸਾਹਿਤ ਦੇ ਅਧਿਆਪਨ ਨਾਲ ਜੁੜੇ ਹੋਏ ਨੇ। ਅੱਜ ਕੱਲ੍ਹ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਅਤੇ ਹੈੱਡ ਆਫ ਦੀ ਡਿਪਾਰਟਮੈਂਟ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ ਕਿਸੇ ਵੀ ਵਿਸ਼ੇ 'ਤੇ ਬੋਲਣ, ਲੋਕ ਉਹਨਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਦੇ ਨੇ। ਹਰ ਵਾਰ ਉਹਨਾਂ ਕੋਲ ਕਹਿਣ ਲਈ ਨਵੀਆਂ ਗੱਲਾਂ, ਨਵੀਆਂ ਇਨਸਾਈਟਸ ਹੁੰਦੀਆਂ ਨੇ। ਬੇਸ਼ੱਕ ਡਾਕਟਰ ਸਾਹਿਬ ਅੰਗਰੇਜ਼ੀ ਸਾਹਿਤ ਨਾਲ ਜੁੜੇ ਹੋਏ ਨੇ, ਪਰ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦਾ ਰੁਝਾਨ ਪੰਜਾਬੀ ਸਾਹਿਤ ਨਾਲ ਬਹੁਤ ਵਧਿਆ ਔਰ ਪੰਜਾਬੀ ਦੇ ਸੈਮੀਨਾਰਾਂ ਵਿੱਚ ਉਹਨਾਂ ਦੀ ਭਰਪੂਰ ਹਾਜ਼ਰੀ ਹੁੰਦੀ ਆ। ਹੁਣ ਅਸੀਂ ਮਿਲਦੇ ਹਾਂ ਪ੍ਰੋਫੈਸਰ ਰਾਜੇਸ਼ ਸ਼ਰਮਾ ਜੀ ਨੂੰ। ਸਰ ਜੀ ਆਇਆਂ ਨੂੰ। ਧੰਨਵਾਦ ਜੀ ਕੁਲਵੀਰ ਜੀ। ਸਰ, ਅਸੀਂ ਜਿਹੜੀਆਂ ਅੱਜ ਗੱਲਾਂ ਬਾਤਾਂ ਕਰਨੀਆਂ ਆ, ਕਿਉਂਕਿ ਜਿਸ ਦੌਰ 'ਚ ਸਰ ਅਸੀਂ ਅੱਜ ਗੁਜ਼ਰ ਰਹੇ ਹਾਂ ਜੀ, ਮੋਬਾਈਲ ਟੈਕਨੋਲੋਜੀ ਦਾ ਦੌਰ ਆ। ਹਰ ਇੱਕ ਬੰਦੇ ਦੇ ਹੱਥ 'ਚ ਮੋਬਾਈਲ ਆ ਔਰ ਐਂਟਰਟੇਨਮੈਂਟ ਦੇ ਸਾਧਨਾਂ ਵਿੱਚ ਇੰਨਾ ਇਜ਼ਾਫਾ ਹੋਇਆ ਕਿ ਹਰ ਇੱਕ ਬੰਦੇ ਕੋਲ ਹੱਥ 'ਚ ਇੱਕ ਗੈਜ਼ਟ ਆ ਅਤੇ ਉਹਦੇ ਐਂਟਰਟੇਨਮੈਂਟ ਦੇ ਬੇਸ਼ੁਮਾਰ ਸਰੋਤ ਨੇ ਉਹਦੇ ਕੋਲ। ਇਸ ਦੌਰ 'ਚ ਬੰਦਾ ਫਿਰ ਸਾਹਿਤ ਕਿਉਂ ਪੜ੍ਹੇ, ਕਿ ਸਾਹਿਤ ਦੀ ਕੀ ਅਹਿਮੀਅਤ ਬਣਦੀ ਆ, ਜਾਂ ਜੇ ਸਾਹਿਤ ਨਹੀਂ ਪੜ੍ਹਦੇ ਤਾਂ ਸਾਡੀ ਜ਼ਿੰਦਗੀ 'ਚੋਂ ਕੀ ਮਨਫੀ ਹੁੰਦਾ ਆ, ਜਾਂ ਸਾਹਿਤ ਵਿਹੂਣੇ ਲੋਕ ਕਿਹੋ ਜਿਹੇ ਹੋ ਜਾਂਦੇ ਆ। ਇਸ ਕਰਕੇ ਸਾਹਿਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਅਤੇ ਇਹਦੀ ਕੀ ਅਹਿਮੀਅਤ ਬਣਦੀ ਆ ਸਾਡੀ ਜ਼ਿੰਦਗੀ 'ਚ, ਇਹਦੇ ਬਾਰੇ? ਕੁਲਵੀਰ ਜੀ, ਤੁਹਾਡਾ ਸਵਾਲ ਇੰਨਾ ਲੰਬਾ ਜਵਾਬ ਮੰਗਦਾ ਹੈ ਕਿ ਇਸ 'ਤੇ ਅਸੀਂ ਕਈ ਘੰਟੇ ਗੱਲਬਾਤ ਕਰੀ ਜਾਈਏ ਤਾਂ ਮੁੱਕਣੀ ਨਹੀਂ। ਸਾਹਿਤ ਵਿਹੂਣੇ ਬੰਦੇ ਉਹ ਤਾਂ ਬਿਲਕੁਲ ਨਹੀਂ ਹੋ ਸਕਦੇ ਜਿਨ੍ਹਾਂ ਨੇ ਸਾਹਿਤ ਪੜ੍ਹਿਆ ਹੋਵੇ, ਕਿਉਂਕਿ ਜਿਹੜੇ ਪੜ੍ਹਨਾ ਸ਼ੁਰੂ ਕਰਦੇ ਫਿਰ ਛੱਡਦੇ ਨਹੀਂ, ਅਤੇ ਜਿਹੜੇ ਸਾਹਿਤ ਵਿਹੂਣੇ ਇਸ ਪੱਖੋਂ ਹੁੰਦੇ ਆ ਕਿ ਸਾਹਿਤ ਪੜ੍ਹਨਾ ਸ਼ੁਰੂ ਨਹੀਂ ਕੀਤਾ, ਇਸ ਲਈ ਸਾਹਿਤ ਨਾਲ ਜੁੜੇ ਹੀ ਨਹੀਂ, ਉਹਨਾਂ ਨੂੰ ਕਦੀ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਸਾਹਿਤ ਵਿਹੂਣੇ। ਸਾਹਿਤ ਮਨੁੱਖਤਾ, ਸੱਭਿਆਚਾਰ ਔਰ ਭਾਸ਼ਾ ਦੇ ਦੂਰ ਤੋਂ ਦੂਰ ਦੇ ਵਿਸਹਦਿਆਂ 'ਤੇ ਚੇਤਨਾ ਦਾ ਪਾਸਾਰ ਦਰਜ ਕਰਦਾ ਹੈ। ਸਾਡੀ ਮਨੁੱਖਤਾ ਦੇ ਅਰਥ ਕੀ ਹੈ, ਅਸੀਂ ਮਨੁੱਖਤਾ ਨੂੰ ਜੀਂਦੇ ਕਿਵੇਂ, ਸੱਭਿਆਚਾਰ 'ਚ ਸਾਡਾ ਸਥਾਨ ਕੀ ਹੈ, ਅਸੀਂ ਸੱਭਿਆਚਾਰ ਨੂੰ ਦਿੰਦੇ ਕੀ ਹੈ, ਸੱਭਿਆਚਾਰ ਨੇ ਆਪਣੇ ਆਪ ਨੂੰ ਸਾਡੇ ਰਾਹੀਂ ਪ੍ਰਗਟ ਕਿਵੇਂ ਕੀਤਾ ਹੈ। ਇਹ ਸਭ ਤੋਂ ਖੂਬਸੂਰਤੀ ਨਾਲ, ਸਭ ਤੋਂ ਸੰਜੀਦਗੀ ਨਾਲ ਔਰ ਸਭ ਤੋਂ ਤਾਜ਼ਾ ਤਰੀਕੇ ਨਾਲ ਸਾਹਿਤ ਵਿੱਚ ਪੇਸ਼ ਹੁੰਦਾ ਹੈ। ਇਸ ਲਈ ਬਾਕੀ ਕਲਾਵਾਂ ਤੋਂ ਹਟ ਕੇ ਸਾਹਿਤ ਦੀ ਖੂਬਸੂਰਤੀ ਅਤੇ ਖਾਸੀਅਤ ਇਸ ਗੱਲ 'ਚ ਹੈ ਕਿ ਸਾਹਿਤ ਸ਼ਬਦਾਂ 'ਚ ਰਚਿਆ ਜਾਂਦਾ ਹੈ। ਸ਼ਬਦ ਪ੍ਰਤੀਕ ਹੁੰਦੇ ਔਰ ਪ੍ਰਤੀਕ ਅਜਿਹੇ ਹੁੰਦੇ ਕਿ ਉਹਦੀ ਕੋਈ ਸ਼ਕਲ ਨਹੀਂ ਹੁੰਦੀ, ਸਿਰਫ ਨਿਸ਼ਾਨ ਹੈ। ਸੋ ਸਾਹਿਤ ਦੀ ਪ੍ਰੀ ਕੰਡੀਸ਼ਨ ਹੀ ਹੈ ਕਿ ਤੁਸੀਂ ਕਲਪਨਾ ਕਰੋਗੇ, ਤਸੱਵਰ ਕਰੋਗੇ ਔਰ ਪੜ੍ਹਦੇ ਹੋਏ ਇੱਕ ਹੋਰ ਦੁਨੀਆ 'ਚ ਜੀਣਾ ਸ਼ੁਰੂ ਕਰੋਗੇ। ਇਸ ਲਈ ਸਾਹਿਤ ਦੀ ਭਾਸ਼ਾ ਨੂੰ ਅਸੀਂ ਪਸ਼ਯੰਤੀ ਕਹਿ ਸਕਦੇ ਹਾਂ। ਭਾਰਤੀ ਸ਼ਾਸਤਰ ਦੀ ਪਰੰਪਰਾ ਦੇ ਵਿੱਚ ਪਸ਼ਯੰਤੀ ਹੈ, ਜਿੱਥੇ ਸ਼ਬਦ ਔਰ ਅਰਥ ਇਕੱਠੇ ਵਾਪਰਦੇ। ਸੋ ਪੜ੍ਹਦਾ ਹੋਇਆ ਪਾਠਕ ਇੱਕੋ ਸਮੇਂ 'ਤੇ ਜੋ ਪੜ੍ਹ ਰਿਹਾ ਹੁੰਦਾ ਉੱਥੇ ਤੁਰਿਆ ਫਿਰਦਾ ਵੀ ਹੁੰਦਾ। ਇਹ ਨਹੀਂ ਹੁੰਦਾ ਕਿ ਤੁਸੀਂ ਪੜ੍ਹ ਲਿਆ ਅਤੇ ਫਿਰ ਸਮਝ ਆਇਆ, ਯਾਨੀ ਵਰਡ ਔਰ ਕਨਸੈਪਟ ਦੇ ਵਿੱਚ ਕੋਈ ਸਪਰੇਸ਼ਨ ਸਾਹਿਤ ਵਿੱਚ ਨਹੀਂ ਹੁੰਦੀ। ਸੋ ਪਾਠਕ ਹੋਣ ਦਾ ਮਤਲਬ ਹੈ ਕਿ ਅਸੀਂ ਉਸ
ਡਿਗਰੀ ਤੱਕ ਪਹੁੰਚ ਜਾਈਏ ਪੜ੍ਹਨ ਦੀ, ਜਿੱਥੇ ਸਾਨੂੰ ਪੜ੍ਹਨ ਦੇ ਲਈ ਉਸ ਗੈਪ ਨੂੰ, ਯਾਨੀ ਗੈਪ ਦਾ ਸਾਹਮਣਾ ਨਾ ਕਰਨਾ ਪਏ ਕਿ ਮੈਂ ਪੜ੍ਹ ਲਿਆ ਤਾਂ ਗੱਲ ਬਾਅਦ ਵਿੱਚ ਸਮਝ ਆਏਗੀ, ਔਰ ਉਹ ਥੋੜ੍ਹਾ ਸਮਾਂ ਲੈਂਦਾ ਹੈ, ਚੱਲਦਾ ਰਹਿੰਦਾ ਫਿਰ। ਸੋ ਸਾਹਿਤ, ਮੇਰਾ ਖਿਆਲ ਹੈ ਕਿ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀ ਨਾ ਕਿ ਸਾਹਿਤ ਐਂਟਰਟੇਨਮੈਂਟ ਗੈਜਟਸ ਦੀ ਦੁਨੀਆ ਵਿੱਚ ਕੀ ਸਥਾਨ ਰੱਖਦਾ ਹੈ। ਦੇਖੋ, ਐਂਟਰਟੇਨਮੈਂਟ ਦੀ ਇਸ ਦੁਨੀਆ ਨੇ ਇੱਕ ਭੁਲੇਖਾ ਪਾ ਦਿੱਤਾ ਹੈ ਕਿ ਸਮਾਂ ਬਹੁਤ ਜਲਦੀ ਬੀਤੀ ਜਾਂਦਾ ਹੈ ਅਤੇ ਸਾਡੇ ਕੋਲ ਸਮਾਂ ਹੈ ਨਹੀਂ, ਜਦ ਕਿ ਅਸੀਂ ਉਸ ਸਮੇਂ ਦੇ ਵਿੱਚ ਕਰਦੇ ਵੀ ਕੁਛ ਨਹੀਂ। ਬਹੁਤ ਸਾਰਾ ਸਮਾਂ ਅਸੀਂ ਖਰਾਬ ਕਰਦੇ, 5-5 ਮਿੰਟ ਬਾਅਦ ਮੈਸੇਜ ਪੜ੍ਹੀ ਜਾਂਦੇ, ਮੈਸੇਜ ਕਰੀ ਜਾਂਦੇ, ਜਿਹਦੀ ਕੋਈ ਲੋੜ ਨਹੀਂ। ਜੇ ਫੋਨ ਘਰ ਵੀ ਭੁੱਲ ਆਈਏ ਤਾਂ ਕੋਈ ਦੁਨੀਆ ਨਹੀਂ ਢਹਿ ਜਾਂਦੀ। ਸੋ ਸਾਹਿਤ ਦੀ ਜਿੰਨੀ ਲੋੜ ਅੱਜ ਹੈ ਓਨੀ ਸ਼ਾਇਦ ਕਦੀ ਨਹੀਂ ਸੀ। ਬਾਕੀ ਜਿੱਥੇ ਤੱਕ ਇਹ ਗੱਲ ਹੈ ਨਾ ਕਿ ਨਵੀਂ ਗੈਜਟਰੀ ਨੇ ਬੰਦੇ ਦੀ ਚੇਤਨਾ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਪਰਿਵਰਤਨ ਲੈ ਕੇ ਆਉਂਦਾ ਹੈ, ਕਿਉਂਕਿ ਅਸੀਂ ਸ਼ਾਇਦ ਇੰਨੇ ਇਵੋਲਵ ਨਹੀਂ ਹੋਏ ਜਿੰਨੀ ਛੇਤੀ ਟੈਕਨੋਲੋਜੀ ਇਵੋਲਵ ਹੋ ਗਈ। ਪਰ ਅਗਰ ਤੁਸੀਂ ਨਿੱਕੇ ਨਿੱਕੇ ਬੱਚਿਆਂ ਦੀ ਉਂਗਲਾਂ ਚੱਲਦੀਆਂ ਦੇਖੋ, ਤੁਹਾਨੂੰ ਲੱਗਦਾ ਕਿ ਸਾਡੀਆਂ ਉਂਗਲਾਂ ਇੰਨੀਆਂ ਤੇਜ਼ ਨਹੀਂ ਚੱਲਦੀਆਂ ਜਿਸ ਤਰ੍ਹਾਂ ਉਹ 2 ਹੱਥਾਂ ਨਾਲ ਫਟਾਫਟ ਫੋਨ 'ਤੇ ਮੈਸੇਜ ਕਰਦੇ। ਸੋ ਇੱਕ ਜਨਰੇਸ਼ਨ 'ਚ ਐਵੋਲੂਸ਼ਨ ਹੋ ਰਹੀ ਹੈ। ਛੇਤੀ ਹੀ ਮੈਨੂੰ ਲੱਗਦਾ ਹੈ ਕਿ ਸਮਾਂ ਆ ਜਾਣਾ ਹੈ ਕਿ ਅਸੀਂ ਐਂਟਰਟੇਨਮੈਂਟ ਦੇ ਜਾਂ ਡਿਸਟਰੈਕਸ਼ਨ, ਜਿਹਨੂੰ ਬਿਹਤਰ ਕਹਾਂਗੇ, ਡਿਸਟਰੈਕਸ਼ਨ ਦੇ ਇਹਨਾਂ ਗੈਜਟਸ ਤੋਂ ਪਰੇ ਜਾ ਕੇ ਸਾਹਿਤ ਨੂੰ ਮੁੜ ਕੇ ਵਾਚ ਸਕਾਂਗੇ, ਅਗਰ ਅਸੀਂ ਨਹੀਂ ਵਾਚਦੇ ਪਏ। ਸੋ ਜਿਹੜੇ ਨਹੀਂ ਵਾਚਦੇ ਪਏ ਉਹ ਸਾਹਿਤ ਨੂੰ ਮੁੜ ਕੇ ਆਉਣਗੇ, ਕਿਉਂਕਿ ਸਾਹਿਤ ਦੀ ਜਗ੍ਹਾ ਕਿਸੇ ਚੀਜ਼ ਨੇ ਭਰਨੀ ਨਹੀਂ। ਕਹਾਣੀ ਕਹਿਣ ਦੀ ਇੱਛਾ ਹੈ, ਗੀਤ ਗਾਉਣ ਦੀ ਇੱਛਾ ਹੈ, ਕਲਪਨਾ ਦੀ ਇੱਛਾ ਹੈ, ਇਹ ਤਾਂ ਮਨੁੱਖ ਦੀ ਰੂਹ ਦੇ ਵਿੱਚ ਪੈਦਾ ਹੁੰਦੀ ਹੈ। ਸੋ ਇਹਨਾਂ ਨੂੰ ਅਸੀਂ ਛੱਡ ਕੇ ਤੇ ਕਿਵੇਂ ਜੀ ਸਕਦੇ? ਇਹ ਵੀ ਸਰ ਕਹਿ ਸਕਦੇ ਹਾਂ ਕਿ ਜਿਹੜੀਆਂ ਗੈਜਟਸ ਹੈਗੀਆਂ ਜਾਂ ਹੋਰ ਚੀਜ਼ਾਂ ਲਗਾਤਾਰ, ਕਿਉਂਕਿ ਅਸੀਂ ਕਿਸੇ ਚੀਜ਼ ਨੂੰ ਵੀ ਪੂਰੀ ਨਹੀਂ ਦੇਖਦੇ, ਅਸੀਂ ਨਿੱਕੇ ਨਿੱਕੇ ਟੁਕੜਿਆਂ 'ਚ ਦੇਖਦੇ ਹਾਂ। ਉਹ ਕੋਈ ਪੂਰੀ ਕਥਾ ਨਹੀਂ ਬਣਦੀ, ਉਹ ਕੋਈ ਸਾਡੀ ਉਸਾਰੀ 'ਚ ਉਸ ਤਰ੍ਹਾਂ ਦਾ ਰੋਲ ਨਹੀਂ ਪਾਉਂਦੀ। ਅਲਟੀਮੇਟਲੀ ਅਸੀਂ ਐਗਜ਼ੌਸਟ ਹੋ ਜਾਂਦੇ ਹਾਂ, ਫਿਰ ਰੱਖ ਦਿੰਦੇ ਹਾਂ, ਫਿਰ ਚੁੱਕ ਲੈਂਦੇ ਹਾਂ। ਪਰ ਉਹਦੇ 'ਚੋਂ ਜਿਹੜੀ ਸਾਡੀ ਰੂਹ ਨੂੰ ਸਕੂਨ ਮਿਲਣਾ ਹੁੰਦਾ, ਇੱਕ ਰੱਜ ਆਉਣਾ ਹੁੰਦਾ ਆ, ਇੱਕ ਭਰਪੂਰਤਾ ਦਾ ਅਹਿਸਾਸ ਹੋਣਾ ਹੁੰਦਾ ਆ, ਉਹਦੇ ਤੋਂ ਮੈਨੂੰ ਲੱਗਦਾ ਕਿ ਮਨੁੱਖ ਵਿਰਵਾ ਰਹਿ ਜਾਂਦਾ ਆ। ਬਿਲਕੁਲ। ਉਹ ਨਾ ਜਿਹੜੀ ਇਸ ਤਰ੍ਹਾਂ ਦੀ ਐਂਟਰਟੇਨਮੈਂਟ ਥਰੂ ਡਿਸਟਰੈਕਸ਼ਨ ਹੈ, ਉਹਦੀ ਨੇਚਰ ਫਾਸਟ ਫੂਡ ਵਾਲੀ ਹੈ। ਤੁਸੀਂ ਜਿੰਨਾ ਹੀ ਖਾਈ ਜਾਓ ਓਨਾ ਹੀ ਹੋਰ ਮਨ ਕਰੀ ਜਾਂਦਾ, ਭਾਵੇਂ ਢਿੱਡ ਭਰ ਵੀ ਜਾਏ ਪਰ ਮਨ ਕਰਨਾ ਖਾਈ ਜਾਓ, ਕਿਉਂਕਿ ਉਹ ਅਲਟੀਮੇਟਲੀ ਸਾਡੀ ਜਿਹੜੀ ਲੋੜ ਹੈ ਉਹਨੂੰ ਪੂਰਾ ਨਹੀਂ ਕਰਦੀ। ਦੂਸਰੀ ਗੱਲ ਹੈ ਜਿਹੜੀ ਅਰਸਤੂ ਨੇ ਵੀ ਜ਼ਿਕਰ ਕੀਤਾ ਸੀ, ਔਰਗੈਨਿਕ ਹੋਲਨੈਸ ਦੀ। ਔਰਗੈਨਿਕ ਹੋਲਨੈਸ ਕਹਾਣੀ 'ਚ ਹੁੰਦੀ ਹੈ, ਕਵਿਤਾ 'ਚ ਹੁੰਦੀ ਹੈ, ਚੁਟਕਲੇ 'ਚ ਵੀ ਹੁੰਦੀ ਹੈ, ਫਰੈਗਮੈਂਟ 'ਚ ਹੁੰਦੀ ਹੈ। ਅਗਰ ਉਹ ਕਿਸੇ ਫਿਲਾਸਫਰ ਦਾ ਜਾਂ ਲਿਟਰਰੀ ਆਰਟਿਸਟ ਦਾ ਫਰੈਗਮੈਂਟ ਹੈ, ਇੱਕ ਐਸੀ ਯੂਨਿਟੀ ਜਿਹੜੀ ਇੱਕ ਜ਼ਿੰਦਾ ਇਨਸਾਨ 'ਚ, ਜ਼ਿੰਦਾ ਜੀਵ 'ਚ ਹੁੰਦੀ ਹੈ। ਡਿਸਟਰੈਕਸ਼ਨ ਦੀਆਂ ਟੈਕਨੋਲੋਜੀਜ਼ ਉਹ ਨਹੀਂ ਦਿੰਦੀਆਂ, ਉਹ ਤੋਂ ਦੂਰ ਰੱਖਦੀਆਂ ਤਾਂ ਕਿ ਬੰਦਾ ਹੋਰ ਦੌੜੇ। ਇਸ ਲਈ ਤੁਸੀਂ ਦੇਖੋ ਕਿ ਸਾਹਿਤ ਪੜ੍ਹਦਾ ਹੋਇਆ ਬੰਦਾ ਸ਼ਾਂਤ ਹੋ ਕੇ ਬਹਿ ਜਾਂਦਾ, ਉਹ ਦੁਨੀਆ ਨੂੰ ਭੁੱਲ ਜਾਂਦਾ, ਜਦ ਕਿ ਇਹਨਾਂ ਟੈਕਨੋਲੋਜੀ ਦੇ ਵਿੱਚ ਫਸਿਆ ਬੰਦਾ ਖਿਲ ਰਿਹਾ ਫਿਰਦਾ। ਮੈਨੂੰ ਨਾ ਇੱਕ ਤੁਹਾਡੀ ਗੱਲ ਤੋਂ ਗੱਲ ਯਾਦ ਆ ਰਹੀ ਆ, ਲਿਟਰੇਚਰ ਫੈਸਟੀਵਲ 'ਚ ਗੁਲਜ਼ਾਰ ਸਾਹਿਬ ਆਏ ਹੋਏ ਸੀ। ਉਹ ਬੱਚਿਆਂ ਦਾ ਕੋਈ ਪ੍ਰੋਗਰਾਮ ਸੀ, ਉਹਦੇ 'ਚ ਗੱਲ ਕਰ ਰਹੇ ਸੀ ਕਿ ਜਦੋਂ ਅਸੀਂ ਦਾਦੀ ਮਾਂ ਤੋਂ ਕਹਾਣੀ ਸੁਣਦੇ ਸੀ ਤੇ ਅਸੀਂ ਭੂਤ ਦੀ ਜਿਹੜੀ ਕਹਾਣੀ ਸੁਣਦੇ ਸੀ, ਭੂਤ ਨੂੰ ਵਿਜ਼ੂਅਲਾਈਜ਼ ਕਰਦੇ ਸੀ, ਉਹਦਾ ਇੱਕ ਚਿਹਰਾ ਬਣਾਉਂਦੇ ਸੀ ਆਪਣੇ ਹਿਸਾਬ ਨਾਲ, ਤੇ ਜਿੰਨੇ ਬੱਚੇ ਸੁਣਦੇ ਸੀਗੇ ਉਹ ਭੂਤ ਨਾਲੋਂ ਨਾਲ ਉਸ ਤਰ੍ਹਾਂ ਨਾਲ ਉਹਨਾਂ ਦਾ ਇੱਕ ਕ੍ਰੀਏਟਿਵ ਪ੍ਰੋਸੈਸ ਚੱਲਦਾ ਸੀਗਾ ਵੀ ਉਹਦੇ ਲੰਬੇ ਲੰਬੇ ਵਾਲ, ਪੁੱਠੇ ਹੱਥ, ਪੁੱਠੇ ਪੈਰ ਜਾਂ ਚੁੜੇਲ ਉਸ ਤਰ੍ਹਾਂ ਦੀ ਹੁੰਦੀ ਆ, ਉਹਨੂੰ ਇਮੈਜਿਨ ਕਰਦੇ ਸੀਗੇ। ਜਦੋਂ ਟੈਲੀਵਿਜ਼ਨ ਆ ਗਿਆ ਜਾਂ ਸਕਰੀਨ 'ਤੇ ਆ ਗਿਆ, ਉਹਨੇ ਇੱਕ ਖਾਸ ਤਰ੍ਹਾਂ ਦਾ ਭੂਤ ਦਾ ਆਕਾਰ ਬਣਾ ਦਿੱਤਾ ਤੇ ਸਾਰੇ ਬੱਚੇ ਇੱਕ ਭੂਤ ਹੀ ਦੇਖ ਰਹੇ ਆ। ਤੇ ਕਿਉਂਕਿ ਜਦੋਂ ਤੁਸੀਂ ਸੁਣਦੇ ਹੋ, ਜਿਹੜੀ ਦਾਦੀ ਮਾਂ ਤੋਂ ਕਥਾ ਸੁਣਨੀ ਆ, ਨਾਨੀ ਮਾਂ ਤੋਂ ਕਥਾ ਸੁਣਨੀ ਆ, ਤੇ ਤੁਹਾਡੇ ਬੱਚੇ ਦਾ ਨਾਲ ਇੱਕ ਹੁੰਗਾਰਾ ਚੱਲਦਾ ਤੇ ਨਾਲ ਉਹਦੇ ਅੰਦਰ ਉਹ ਕਹਾਣੀ ਬਣਦੀ ਆ, ਉਹਨੂੰ ਬਣਾ ਰਿਹਾ ਹੁੰਦਾ, ਉਹਨੂੰ ਵਿਜ਼ੂਅਲਾਈਜ਼ ਕਰ ਰਿਹਾ ਹੁੰਦਾ। ਅਸਲ 'ਚ ਉਹਨੂੰ ਨੈਰੇਟਿਵ ਅਨਫੋਲਡ ਹੁੰਦਾ ਜੀ, ਜਿੱਦਾਂ ਫਿਲਮ ਚੱਲਦੀ ਹੈ, ਰੀਲ ਚੱਲਦੀ ਹੈ ਜੀ। ਤੇ ਇਹ ਜਿਹੜਾ ਹੋ ਗਿਆ ਕਿ ਟੈਲੀਵਿਜ਼ਨ ਦੇ ਨਾਲ ਹੋਇਆ, ਇੱਕ ਤਰ੍ਹਾਂ ਜਿਹੜੀ ਕ੍ਰਾਈਸਟ ਦੀ ਆਈਕੋਨੋਗ੍ਰਾਫੀ 'ਚ ਹੋਇਆ ਸੀ, ਜਿੱਦਾਂ ਕ੍ਰਾਈਸਟ ਨੂੰ ਇੱਕ ਖਾਸ ਰੇਸ ਦਾ ਆਦਮੀ ਮੰਨ ਲਿਆ ਗਿਆ ਔਰ ਆਈਕੋਨੋਗ੍ਰਾਫੀ ਨੇ ਉੱਦਾਂ ਹੀ ਬਣਾਇਆ। ਜਦ ਕਿ ਇੱਕ ਕੁਐਸਚਨ ਕੀਤਾ ਜਾਂਦਾ ਹੈ ਵੀ ਜਿੱਥੇ ਕ੍ਰਾਈਸਟ ਦੀ ਮਾਂ ਉਹਨੂੰ ਲੈ ਕੇ ਲੁਕਾਉਣ ਗਈ ਸੀ ਤਾਂ ਉੱਥੇ ਤਾਂ ਕਾਲੇ ਕਹਿੰਦੇ ਸੀ, ਸੋ ਕੀ ਕ੍ਰਾਈਸਟ ਸੱਚਮੁੱਚ ਵਾਈਟ ਸੀ? ਐਵੇਂ ਹੀ ਜਦੋਂ ਰਾਮਾਨੰਦ ਸਾਗਰ ਦੀ ਰਾਮਾਇਣ ਆਈ, ਸੀਰੀਅਲ ਆਇਆ, ਉਦੋਂ ਵੀ ਹੋਇਆ। ਰਾਮਚੰਦਰ, ਲਕਸ਼ਮਣ, ਰਾਵਣ ਸਾਰਿਆਂ ਦੇ ਇਮੇਜ ਫਿਕਸ ਕਰ ਦਿੱਤੇ ਗਏ ਪਬਲਿਕ ਕੌਨਸ਼ੀਅਸਨੈਸ ਦੇ ਵਿੱਚ। ਸੋ ਉਸ ਦੇ ਨਾਲ ਕੀ ਹੁੰਦਾ ਕਿ
ਇਹਨਾਂ ਟੈਕਨੋਲੋਜੀਜ਼ ਨੇ ਐਕਚੁਅਲੀ ਉਹ ਮਾਰਸ਼ਲ ਮੈਕਲੂਹਨ ਦਾ ਥੀਸਿਸ ਵੀ ਤਾਂ ਹੈ ਨਾ, ਮੀਡੀਅਮ ਇਜ਼ ਦਾ ਮੈਸੇਜ, ਕਿ ਮੈਸੇਜ ਦੀ ਬਜਾਏ ਮੀਡੀਅਮ ਹੀ ਸਭ ਕੁਝ ਰਹਿ ਗਿਆ। ਸੋ ਉਹਦੇ ਨਾਲ ਇੱਕ ਟੈਲੀਵਿਜ਼ਨ ਨੂੰ ਖਾ ਪੀ ਕੇ ਵੱਡੇ ਹੋਏ ਬੱਚਿਆਂ ਦਾ, ਉਸ ਜਨਰੇਸ਼ਨ ਦਾ ਇੱਕ ਪੱਖ ਵਿਕਸਿਤ ਹੋਣਾ ਚਾਹੀਦਾ। ਇੱਕ ਸੀ ਜਿਹੜਾ ਕਿ ਪੇਸ਼ੈਂਟਲੀ ਪੜ੍ਹਨਾ, ਇੱਕ ਸੀ ਕਿ ਕਹਾਣੀ ਨੂੰ ਆਪਣੇ ਅੰਦਰ, ਜਿਵੇਂ ਤੁਸੀਂ ਕਿਹਾ ਕਿ ਵਿਜ਼ੂਅਲਾਈਜ਼ ਕਰਨਾ, ਸਿਰਜਣਾ, ਚਰਿੱਤਰ ਤੁਸੀਂ ਨਾਲ ਆਪ ਵੀ ਬਣਾਉਂਦੇ। ਤਾਂ ਹੀ ਅਸੀਂ ਕਹਿੰਦੇ ਕਿ ਪਾਠਕ ਆਪ ਇੱਕ ਲੇਖਕ ਹੁੰਦਾ। ਸੋ ਪਾਠਕ ਦੇ ਵਿੱਚੋਂ ਲੇਖਨ ਖੋਲ੍ਹਿਆ ਗਿਆ, ਪਾਠਕ ਸਿਰਫ ਇੱਕ ਕੰਜ਼ਿਊਮਰ ਬਣ ਗਿਆ। ਬਿਲਕੁਲ। ਇਸ ਲਈ ਜੇ ਤੁਸੀਂ ਸਾਹਿਤ ਪੜ੍ਹਦੇ ਹੋ ਤਾਂ ਬਹੁਤ ਛੇਤੀ ਤੁਸੀਂ ਟੀਵੀ ਦੇ ਉਹਨਾਂ ਪ੍ਰੋਜੈਕਸ਼ਨਸ ਤੋਂ, ਉਹਨਾਂ ਐਡਵਰਟਾਈਜ਼ਮੈਂਟਸ ਤੋਂ ਟੁੱਟ ਜਾਂਦੇ ਹੋ ਬਹੁਤ ਛੇਤੀ, ਜਿਹੜੇ ਕੁਛ ਦੇਰ ਲਈ ਤਾਂ ਤੁਹਾਨੂੰ ਪਹੁੰਚਾ ਸਕਦੇ ਹੋ, ਲੇਕਿਨ ਠੰਡ ਦੀ ਬੰਦ ਹੈ। ਸੋ ਮੁੜ ਕੇ ਤੁਸੀਂ ਕਿਤਾਬਾਂ ਵੱਲ ਆਓਗੇ। ਬਿਲਕੁਲ ਜੀ, ਕਿਉਂਕਿ ਲਗਾਤਾਰ ਜਿਵੇਂ ਇੱਕ ਇਸ ਤਰ੍ਹਾਂ ਦਾ ਵੀ ਦੇਖੋ ਤੁਸੀਂ, ਬੱਚਾ ਜਦੋਂ ਵੀਡੀਓ ਗੇਮ ਵੀ ਦੇਖਦਾ ਆ ਤੇ ਉਹ ਅੱਖਾਂ ਸਿੱਧੀਆਂ ਇੱਕ ਟੱਕ ਲਾ ਕੇ ਤੇ ਉਹਦੀਆਂ ਉਂਗਲਾਂ ਚਲੀ ਜਾਂਦੀਆਂ ਤੇ ਮਾਵਾਂ ਉਹਨਾਂ ਨੂੰ ਕੁਝ ਨਾ ਕੁਝ ਖਵਾਈ ਜਾ ਰਹੀਆਂ, ਉਹ ਪਤਾ ਨਹੀਂ ਖਾਣਾ ਵੀ ਨਹੀਂ ਖਾ ਰਹੇ ਤੇ ਕੀ ਦੇਖ ਰਹੇ ਆ, ਤੇ ਉਹ ਬੱਚੇ ਮੈਨੂੰ ਲੱਗਦਾ ਫਿਰ ਗੱਲ ਕਰਨੀ ਵੀ ਭੁੱਲ ਜਾਂਦੇ ਆ। ਤੇ ਈਵਨ ਜਦੋਂ ਪੇਰੈਂਟਸ ਕਹਿੰਦੇ ਆ ਵੀ ਸਾਡਾ ਬੱਚਾ ਤਾਂ ਬਹੁਤ ਸ਼ਾਈ ਆ, ਇਹ ਗੱਲ ਨਹੀਂ ਕਰਦਾ, ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਰੋਗੀ ਹੋ ਚੁੱਕਾ ਆ ਜਦੋਂ ਪੇਰੈਂਟਸ ਇਹ ਕਹਿੰਦੇ ਆ। ਸਹੀ ਗੱਲ ਵੀ ਕਿਉਂਕਿ ਜੇ ਬੱਚਾ ਆ, ਬੱਚੇ ਤਾਂ ਗੱਲਾਂ ਬਹੁਤ ਕਰਦੇ ਹੁੰਦੇ, ਬੱਚਿਆਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ। ਸੋਸ਼ਲ ਸਕਿੱਲਸ ਹੈ, ਉਹਦੀ ਜਿਹੜੀ ਕਮਿਊਨਿਟੀ ਪਾਰਟਿਸਿਪੇਸ਼ਨ ਹੈ, ਉਹ ਖਰਾਬ ਹੋ ਗਈ। ਬਿਲਕੁਲ ਬਹੁਤ ਜ਼ਰੂਰੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਵਿਦਨ ਫੈਮਿਲੀ ਵੀ ਜਿਹੜਾ ਇੱਕ ਡਾਇਲੌਗ ਸੀਗਾ ਬੱਚਿਆਂ ਦਾ ਵੱਡਿਆਂ ਨਾਲ, ਜਾਂ ਇਹ ਗੱਲਾਂ ਯੂਰਪ ਔਰ ਅਮਰੀਕਾ 'ਚ ਲੋਕਾਂ ਨੇ ਬੜੀ ਸੰਜੀਦਗੀ ਨਾਲ ਸੋਚੀਆਂ, ਅੱਜ ਵੀ ਗੱਲ ਕਰਦੇ। ਅਫਸੋਸ ਹੈ ਕਿ ਇੱਥੇ ਬਹੁਤ ਘੱਟ ਲੋਕ ਇਹ ਗੱਲਾਂ ਕਰਦੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੇ ਮਾਂ ਪਿਓ ਤਾਂ ਇਸ ਗੱਲ 'ਚ ਗਰਵ ਮਹਿਸੂਸ ਕਰਦੇ ਕਿ ਸਾਡਾ ਬੱਚਾ ਬੜੀਆਂ ਵੀਡੀਓ ਗੇਮ ਖੇਡਦਾ ਹੈ, ਬੜੀ ਤੇਜ਼ੀ ਨਾਲ ਖੇਡਦਾ, ਬੜੀਆਂ ਜਿੱਤ ਲਈਆਂ। ਸੋ ਪਾਠ ਕਰਨਾ ਕਿਤਾਬ ਦਾ ਔਰ ਗੱਲਬਾਤ ਕਰਨੀ ਆਪਸ ਜੁੜੇ ਹੋਏ, ਕਿਉਂਕਿ ਸਾਹਿਤ ਵੀ ਤਾਂ ਸਮਾਜ ਦਾ ਹਿੱਸਾ ਹੈ ਨਾ। ਸੋ ਤੁਸੀਂ ਸਾਹਿਤ ਪੜ੍ਹਦੇ ਹੋ ਤਾਂ ਸਮਾਜ ਦੇ ਵਿੱਚ, ਕਮਿਊਨਿਟੀ ਦੇ ਵਿੱਚ ਪਾਰਟੀਸਪੇਟ ਕਰ ਰਹੇ ਹੋ। ਸਾਹਿਤ ਤੁਹਾਨੂੰ ਗੱਲਬਾਤ ਕਰਨਾ ਸਿਖਾਉਂਦਾ। ਤੇ ਜੇ ਇਹਦੇ ਥੋੜ੍ਹੀ ਜਿਹੀ, ਕਿਉਂਕਿ ਆਪਾਂ, ਮੈਨੂੰ ਲੱਗਦਾ ਕਿ ਇਹ ਇਹਦਾ ਕ੍ਰਿਟੀਕਲ ਆਸਪੈਕਟ ਹੈ ਜਿਹਦੀ ਗੱਲ ਕਰ ਰਹੇ ਹਾਂ, ਤੇ ਪਰ ਦੂਜਾ ਪਹਿਲੂ ਮੈਨੂੰ ਲੱਗਦਾ ਇਹ ਵੀ ਹੈਗਾ ਆ ਕਿ ਜਿਹੜੀ ਹੁਣ ਜਨਰੇਸ਼ਨ ਹੋਈ ਆ ਮੀਡੀਆ ਟੈਕਨੋਲੋਜੀ ਵਾਲੀ, ਉਹਦੇ ਕੋਲ ਜ਼ਿੰਦਗੀ ਦੇ ਇੰਨੇ ਪਹਿਲੂ, ਇੰਨੇ ਪਸਾਰ ਵੀ ਸਾਹਮਣੇ ਆਏ, ਐਕਸਪਲੋਰ ਵੀ ਬਹੁਤ ਕੁਝ, ਕਿਉਂਕਿ ਜਿਹੜੀ ਪਹਿਲੀ ਜਨਰੇਸ਼ਨ ਕੋਲ ਸ਼ਾਇਦ ਸੀ ਨਹੀਂ ਇੰਨੇ ਤਰ੍ਹਾਂ ਦੇ ਕਲਚਰਸ ਦੀਆਂ ਚੀਜ਼ਾਂ ਦੇਖਣੀਆਂ। ਇਹ ਵੀ ਇੱਕ ਪਹਿਲੂ ਇਹਦਾ, ਜੇ ਪੋਜ਼ਿਟਿਵ ਆਸਪੈਕਟ ਕੋਈ ਬਣਦਾ, ਬਿਲਕੁਲ ਇਹ ਬਣਦਾ ਹੈ। ਲੇਕਿਨ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਐਸੀ ਥਾਂ ਜਿੱਥੇ ਖੜੇ ਹੋ ਕੇ ਸਬਜੈਕਟ ਨੇ ਸਾਰੇ ਤਜਰਬਿਆਂ ਨੂੰ ਵਾਚਣਾ ਹੈ ਔਰ ਆਪਣੀ ਹੋਂਦ ਨੂੰ ਵਿਕਸਿਤ ਕਰਨਾ ਹੈ, ਉਹ ਕਹਿੰਦੇ ਉਹਦਾ ਵਿਕਾਸ ਹੋਣਾ ਹੈ, ਵਿਕਸਣਾ ਹੈ ਉਸ ਹੋਂਦ ਨੂੰ। ਅਗਰ ਉਹ ਕੇਂਦਰ ਬਿੰਦੂ ਹੀ ਨਹੀਂ ਹੈ ਤਾਂ ਇਹ ਸਭ ਕੁਝ ਕਿਸ ਕੰਮ ਦਾ। ਸੋ ਜਿੰਨਾ ਵੀ ਨੌਲੇਜ ਆਇਆ ਹੈ, ਇਹ ਇੱਕ ਤਾਂ ਸਮੱਸਿਆ ਇਹ ਹੋ ਗਈ ਕਿ ਅਸੀਂ ਗਿਣਨ ਲੱਗ ਪਏ ਹਾਂ ਵੀ ਇਨਫੋਰਮੇਸ਼ਨ ਪ੍ਰੋਸੈਸਿੰਗ ਔਰ ਡੇਟਾ ਦੇ ਹਿਸਾਬ ਨਾਲ। ਬੰਦਾ ਡੇਟਾ ਪ੍ਰੋਸੈਸਿੰਗ ਮਸ਼ੀਨ ਨਹੀਂ ਹੈ। ਸੋ ਉਸ ਡੇਟਾ ਨੂੰ ਅਸੀਂ ਹਿਊਮਨ ਤੌਰ 'ਤੇ ਪ੍ਰੋਸੈਸ ਕਰਕੇ ਆਪਣੇ ਆਪ ਨੂੰ ਅਮੀਰ ਕਿੱਦਾਂ ਬਣਾਉਣਾ, ਤਾਂ ਜ਼ਿੰਦਗੀ ਨਾਲ ਪਿਆਰ ਨੂੰ, ਜੋ ਸਾਡਾ ਪਿਆਰ ਉਹਨੂੰ ਪਾਲਣਾ ਕਿੱਦਾਂ, ਮਹੱਤਵਪੂਰਨ ਕਹੂਗਾ। ਕਿਉਂਕਿ ਤੁਹਾਡੇ ਦੇਖੋ ਚਿੱਪ ਦੇ ਵਿੱਚ ਇੰਨੀ ਇਨਫੋਰਮੇਸ਼ਨ ਪਈ ਹੈ, ਤੁਸੀਂ ਲੈ ਕੇ ਫਿਰ ਕੀ ਕਰਨੀ। ਮੈਂ ਤਾਂ ਕਹਿੰਦਾ ਹੁੰਦਾ ਕਿ ਮੈਨੂੰ ਇਹ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਅਧਿਆਪਕ ਦਾ ਰੋਲ ਆਪਣਾ ਇੰਨਾ ਬਦਲ ਗਿਆ ਹੈ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਜਾਂ ਜਦੋਂ ਮੈਂ ਪੜ੍ਹਾਉਣਾ ਸ਼ੁਰੂ ਕੀਤਾ, ਉਦੋਂ ਸੀ ਵੀ ਤੁਸੀਂ ਵਿਦਿਆਰਥੀ ਨੂੰ ਅਲੱਗ-ਅਲੱਗ ਸਰੋਤਾਂ ਤੋਂ ਗਿਆਨ ਇਕੱਠਾ ਕਰਕੇ ਦੇਣਾ ਵੀ ਹੈ, ਤਾਂ ਦੱਸਣਾ ਵੀ ਕਿੱਥੇ ਕਿੱਥੇ ਪਿਆ ਹੈ। ਹੁਣ ਵਿਦਿਆਰਥੀ ਨੂੰ ਪਤਾ ਹੁੰਦਾ ਕੀ ਕਿੱਥੇ ਪਿਆ ਹੈ। ਪੜ੍ਹਨ ਵਾਲੇ ਵਿਦਿਆਰਥੀ ਖੁਦ ਪੜ੍ਹ ਕੇ ਆਉਂਦੇ। ਅਧਿਆਪਕ ਨੇ ਹੁਣ ਕਲਾਸ ਵਿੱਚ ਉਹ ਗੱਲ ਕਰਨੀ ਹੈ ਜਿਹੜੀ ਕਿਸੇ ਕਿਤਾਬ 'ਚ ਉਹਨੂੰ ਨਹੀਂ ਮਿਲਦੀ। ਜਿਹਦਾ ਮਤਲਬ ਹੈ ਕਿ ਅਧਿਆਪਕ ਹੁਣ 80% ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ, ਪਰ ਜਿਹੜੀ ਬਚੀ ਹੈ ਉਹ ਇੰਨੀ ਮਹੱਤਵਪੂਰਨ ਅਤੇ ਇੰਨੀ ਖੂਬਸੂਰਤ ਹੈ ਕਿ ਉਹ ਉੱਥੇ ਪੂਰੀ ਤਰ੍ਹਾਂ ਹੁਣ ਸਿਰਜਣ ਕਰ ਸਕਦਾ। ਉਹ ਗੱਲ ਕਰੇ ਜਿਹੜੀ ਕਿਤਾਬਾਂ 'ਚ ਨਹੀਂ। ਕਿਤਾਬਾਂ ਵਾਲੀ ਗੱਲ ਕਰਨੀ, ਉਹਦਾ ਕਲਾਸ ਵਿੱਚ ਜਾਣ ਦੀ ਲੋੜ ਨਹੀਂ। ਉਹ ਤਾਂ ਇੰਨੇ ਹੁਣ ਸਰੋਤ ਹੋ ਗਏ ਆ ਬੱਚੇ ਕੋਲ, ਪਹਿਲਾਂ ਹੀ ਗੂਗਲ 'ਤੇ ਇੰਨੀਆਂ ਜ਼ਿਆਦਾ ਚੀਜ਼ਾਂ ਐਕਸਪਲੋਰ ਕਰ ਸਕਦਾ। ਹੁਣ ਟੀਚਰ ਕੁਛ ਹੋਰ ਦੇ ਨਾ। Teacher is not a substitute for Google. He has to justify his existence as somebody more. ਇੱਕ ਗੱਲ ਮੈਂ ਸੋਚਦਾ ਸੀਗਾ ਕਿ ਪਹਿਲਾਂ ਜਿਵੇਂ ਸਾਡੀਆਂ ਬਜ਼ੁਰਗ ਬੀਬੀਆਂ, ਔਰਤਾਂ ਜਿਨ੍ਹਾਂ ਦਾ ਲਿਖਤ ਨਾਲ ਜਾਂ ਪੜ੍ਹਨ ਨਾਲ ਉਸ ਤਰ੍ਹਾਂ ਦਾ ਨਹੀਂ ਸੀਗਾ, ਉਹ ਨਹੀਂ ਪੜ੍ਹ ਸਕਦੀਆਂ ਸੀ, ਪਰ ਉਹਨਾਂ ਦੀ ਮੈਮਰੀ 'ਚ ਇੰਨੀਆਂ ਕਥਾਵਾਂ ਅਤੇ ਇੰਨੇ ਲੋਕ ਗੀਤ ਸਟੋਰ ਹੁੰਦੇ ਸੀ ਕਿ ਇੱਕ ਤੋਂ ਬਾਅਦ ਵਿਆਹਾਂ 'ਚੋਂ ਨਹੀਂ ਗਾਈ ਜਾਣੇ ਆ। ਹੁਣ ਨਵੀਂ ਜਨਰੇਸ਼ਨ ਨੂੰ ਜੇ ਕਿਤੇ ਕਲਾਸ 'ਚ ਆਪਾਂ ਕਹਿ ਵੀ ਲਈਏ ਨਾ ਵੀ ਇਹ
ਇਹਦਾ ਪੂਰਾ ਗੀਤ ਵੀ ਇਹਦੇ ਪੂਰੇ ਜੀ ਪੂਰਾ ਨਹੀਂ ਆਉਂਦਾ, ਦੂਸਰੀ ਲਾਈਨ ਤੇ ਹੀ ਭੁੱਲ ਜਾਂਦੇ ਆ ਬਹੁਤੀ ਵਾਰੀ ਵਿਦਿਆਰਥੀ। ਹਾਂ, ਲੋਕ ਗੀਤ ਦੀ ਜਾਂ ਤੁਸੀਂ ਫਿਲਮਾਂ ਦੇ ਗੀਤ ਦੀ ਗੱਲ ਕਰਦੇ ਹੋ? ਕਿਸੇ ਤਰ੍ਹਾਂ ਸਾਰੇ ਬਿਲਕੁਲ ਸਾਰੇ ਭੁੱਲ ਜਾਂਦੇ ਆ, ਦੂਸਰੇ ਗੀਤ ਵੀ ਹਨਾ। ਅਸੀਂ ਹਰ ਕਿਤੇ ਸੈਰ ਕਰਦੇ ਵੀ ਕੰਨਾਂ ਨੂੰ ਲਾਏ ਲਗਾਤਾਰ ਜਦੋਂ ਇਸ ਲਈ ਕੁਲਵੀਰ ਜੀ ਦੇਖੋ, ਉਸ ਦਾ ਅਰਥ ਫਿਰ ਇਹ ਬਣਿਆ ਨਾ ਕਿ ਜਿਹੜੀ ਸਾਡੀ ਸਮ੍ਰਿਤੀ ਹੈ, ਮੈਮਰੀ ਹੈ, ਮੈਮਰੀ ਦੇ ਅਰਥ ਹੀ ਬਦਲੇ ਜਾ ਰਹੇ ਆ। ਕਿਉਂ? ਯਾਨੀ ਮੈਮਰੀ ਦੇ ਵਿੱਚ ਅਸੀਂ ਥਰਡ ਡਾਇਮੈਂਸ਼ਨ ਦੇ ਵਿੱਚ ਜੀਂਦੇ ਪਏ ਨਾਲ, ਇੰਨਾ ਕੁਝ ਸਾਡੇ ਕੋਲ ਪਿਆ ਹੋਇਆ। ਲੇਕਿਨ ਹੁਣ ਇਸ ਵੇਲੇ ਹੋ ਗਿਆ ਕਿ ਮੈਮਰੀ ਨੇ, ਜਿੱਦਾਂ ਤੁਸੀਂ ਕਿਹਾ ਵੀ ਕੱਲ੍ਹ ਗੀਤ ਸੁਣਿਆ ਸੀ ਅੱਜ ਭੁੱਲ ਗਿਆ, ਇਸ ਦਾ ਮਤਲਬ ਕਿ ਅਸੀਂ ਮਿੰਟ ਟੂ ਮਿੰਟ ਜ਼ਿੰਦਗੀ ਜੀਣ ਨੂੰ ਮਜਬੂਰ ਹਾਂ। ਔਰ ਇਸੇ ਲਈ ਸਾਹਿਤ ਦੀ ਲੋੜ ਹੈ, ਕਿਉਂਕਿ ਸਾਹਿਤ ਦੀ ਚੇਤਨਾ ਦੇ ਵਿੱਚ ਇੱਕ ਕ੍ਰਿਟੀਕਲ ਕੌਨਸ਼ੀਅਸਨੈਸ, ਆਲੋਚਨਾਤਮਕ ਚੇਤਨਾ ਜ਼ਿੰਦਾ ਹੁੰਦੀ ਹੈ। ਤੁਸੀਂ ਜਦੋਂ ਉਸ ਦੁਨੀਆ 'ਚ ਪ੍ਰਵੇਸ਼ ਕਰਦੇ ਜੋ ਸਾਹਿਤ ਦੀ ਦੁਨੀਆ ਹੈ, ਕਿਸੇ ਨਾਵਲ 'ਚ ਕਰਦੇ ਹੋ, ਕਿਸੇ ਐਪਿਕ 'ਚ ਕਰਦੇ ਹੋ, ਕਿਸੇ ਲੰਬੀ ਕਵਿਤਾ 'ਚ ਕਰਦੇ ਹੋ, ਕਿਸੇ ਨਾਟਕ 'ਚ ਕਰਦੇ ਹੋ, ਤਾਂ ਤੁਸੀਂ ਇਹ ਜਾਣਦੇ ਵੀ ਹੁੰਦੇ ਹੋ ਕਿ ਮੈਂ ਨਾਟਕ ਪੜ੍ਹਦਾ ਪਿਆ, ਤੁਸੀਂ ਉਹਦੇ ਵਿੱਚ ਵੀ ਹੁੰਦੇ ਹੋ ਤੇ ਉਹਦੇ ਬਾਹਰ ਵੀ ਹੁੰਦੇ ਹੋ। ਸੋ ਜਿਹੜੀ ਕ੍ਰਿਟੀਕਲ ਕੌਨਸ਼ੀਅਸਨੈਸ ਹੈ, ਮਾਡਰਨ ਮੀਡੀਆ ਨੇ ਬਹੁਤ ਹੱਦ ਤੱਕ ਉਹਨੂੰ ਤਬਾਹ ਕੀਤਾ। ਇਹਦੇ 'ਚ ਮੈਨੂੰ ਲੱਗਦਾ ਕਿ ਚੀਜ਼ਾਂ ਲਗਾਤਾਰ ਨਵੀਆਂ ਤੋਂ ਨਵੀਆਂ ਆ ਰਹੀਆਂ। ਤੁਸੀਂ ਇੱਕ ਚੀਜ਼ ਨੂੰ ਅਜੇ ਦੇਖਦੇ ਆ, ਉਹ ਤੁਹਾਨੂੰ ਆਪਣੇ ਆਪ 'ਚ ਇਨਵੋਲਵ ਕਰਦੀ ਆ, ਉਸ ਤੋਂ ਇੱਕ ਵੱਖਰੀ ਹੋਰ ਆ ਜਾਂਦੀ ਆ। ਤੇ ਮੈਨੂੰ ਲੱਗਦਾ ਇਹਦੇ ਨਾਲ ਬੰਦਾ ਆਪਣੀ ਹਿਸਟਰੀ ਤੋਂ, ਉਹ ਪਰੰਪਰਾ ਤੋਂ, ਜਿਹੜੀ ਲਿਟਰੇਚਰ ਦੀ ਹੁੰਦੀ ਜਾਂ ਸਾਰਾ, ਉਹ ਵੀ ਕਿਤੇ ਇੱਕ ਬ੍ਰੇਕ ਵੱਡੀ ਬਣਦੀ ਆ ਨਵੇਂ। ਦੇਖੋ, ਇਹਦਾ ਚੰਗਾ ਪੱਖ ਤਾਂ ਇਹ ਰਿਹਾ ਕਿ ਜਿਹੜੀ ਨੌਲੇਜ ਦੇ ਵਿੱਚ ਅਪਗ੍ਰੇਡੇਸ਼ਨ ਹੁੰਦੀ ਹੈ, ਉਹ ਵੀ ਬੜੀ ਛੇਤੀ ਅਵੇਲੇਬਲ ਹੋ ਜਾਂਦੀ ਹੈ ਨਾ। ਪਰ ਜੇ ਕੋਈ ਕਿਤਾਬਾਂ ਪੜ੍ਹਦਾ ਉਹਦੇ ਲਈ ਹੈ ਨਾ, ਜੇ ਡਿਸਟਰੈਕਸ਼ਨ ਹੀ ਹੈ ਤਾਂ ਫਿਰ ਉਹਦਾ ਤਾਂ ਫਾਇਦਾ ਕੋਈ ਨਹੀਂ। ਸੋ ਜਿਸ ਤਰ੍ਹਾਂ ਹਿਸਟਰੀ ਜਿਹੜੀ ਤੁਸੀਂ ਪੜ੍ਹੀ ਸੀ, ਤੁਹਾਡੇ ਦੇਖਦੇ ਦੇਖਦੇ 10 ਦਿਨ ਬਾਅਦ ਇੱਕ ਨਵੀਂ ਕਿਤਾਬ, ਇੱਕ ਨਵਾਂ ਥੀਸਿਸ ਆਇਆ, ਉਹ ਤੁਹਾਨੂੰ ਪਤਾ ਹੈ ਕਿ ਆ ਗਿਆ। ਇਹਦਾ ਇੱਕ ਸਕਾਰਾਤਮਕ ਪੱਖ ਹੈ। ਨਕਾਰਾਤਮਕ ਇਹ ਹੈ ਕਿ ਤੁਸੀਂ ਰਿਪਲੇਸਮੈਂਟ ਕਰੀ ਜਾਂਦੇ ਹੋ, ਜਿਸ ਤਰ੍ਹਾਂ ਗੱਡੀ ਦੇ ਮਾਡਲ ਬਦਲੀ ਜਾਂਦੇ ਹੈ ਨਾ, ਬਿਸਕੁਟਾਂ ਦੇ ਨਵੀਆਂ ਜਾਂ ਆਈਸਕ੍ਰੀਮ ਦੇ ਨਵੇਂ ਫਲੇਵਰ ਆਈ ਜਾਂਦੇ। ਲੇਕਿਨ ਇਹ ਸਭ ਤੋਂ ਪਾਰ ਕੋਈ ਨਾ ਕੋਈ ਚੀਜ਼ ਨੂੰ ਅਸੀਂ, ਸ਼ਾਸਤਰ ਕਿਸ ਵੇਲੇ ਕਹਿੰਦੇ ਸੀ, ਜਿਹੜਾ ਸੈਟਲਡ ਹੈ, ਮੋਰ ਔਰ ਲੈਸ ਟਾਈਮਲੈਸ ਹੈ ਜਾਂ ਲੌਂਗ ਟਰਮ ਹੈ, ਉਹਦੀ ਥਾਂ ਕਿੱਥੇ ਬਚੀ? ਉਹਦੇ ਲਈ ਵੀ ਤੁਸੀਂ ਦੇਖ ਲਓ ਵੀ ਉਹ ਖਿਚੜੀ ਜੀ ਬਣਾ ਕੇ, ਕਿ ਉਹ ਖਿਚੜੀ ਵੀ ਨਹੀਂ ਕਹਾਂਗੇ ਆਪਾਂ, ਕੀ ਕਹਾਂਗੇ ਉਹਨੂੰ, ਇਟਸ ਲਾਈਕ ਇਹ ਫਾਸਟ ਫੂਡ ਅਗੇਨ। ਕਿ ਤੁਸੀਂ ਭਗਵਦ ਗੀਤਾ ਦੇ ਉੱਪਰ ਇੱਕ 50 ਪੇਜ ਦੀ ਕਿਤਾਬ ਲਿਖ ਦਿੰਦੇ ਹੋ ਤਾਂ ਕਿ ਲੋਕ ਸਟੇਸ਼ਨ 'ਤੇ ਖੜੇ ਖੜੇ ਪੜ੍ਹ ਲੈਣ, ਏਅਰਪੋਰਟ 'ਤੇ ਬੈਠ ਕੇ ਮਹਾਭਾਰਤ ਇੱਕ 150 ਪੇਜ ਵਿੱਚ ਪੜ੍ਹ ਲੈਣ। ਮਹਾਭਾਰਤ को 150 ਪੇਜ ਪੜ੍ਹਨ ਵਾਲੇ ਗ੍ਰੰਥ ਹੈ ਕੋਈ। ਸੋ ਸ਼ਾਸਤਰਾਂ ਨੂੰ ਵੀ ਇਹਨਾਂ ਨੇ ਉਹ ਬਣਾਤਾ ਹੈ ਕਿ ਜਿਸ ਤਰ੍ਹਾਂ ਫਾਸਟ ਫੂਡ ਦੀ ਕੋਈ ਆਈਟਮ ਹੈ ਕਿ ਫਟਾਫਟ ਖਾਈ ਤੇ ਲੰਘ ਗਏ। ਸਰ, ਅੱਜ ਕੱਲ੍ਹ ਵਰਲਡ ਲੈਵਲ 'ਤੇ ਜਿਹੜੇ ਕਿਹੜੇ ਜੌਨਰ ਆ ਜਾਂ ਸਾਹਿਤ ਦੀਆਂ ਕਿਹੜੀਆਂ ਵਿਧਾਵਾਂ ਆ ਜਿਹੜੀਆਂ ਉੱਭਰ ਰਹੀਆਂ ਜਾਂ ਜਿਨ੍ਹਾਂ ਨੂੰ ਵੱਧ ਲੋਕਪ੍ਰਿਯ ਹੋ ਰਹੀਆਂ ਆ? ਮੇਰੀ ਸਮਝ ਦੇ ਮੁਤਾਬਕ ਇਸ ਵੇਲੇ ਐਸੇ ਦੀ ਗੋਲਡਨ ਏਜ, ਸੁਨਹਿਰੀ ਯੁੱਗ ਹੈ। ਔਰ ਹਿੰਦੁਸਤਾਨ ਦੇ ਵਿੱਚ ਵੀ ਨਿਬੰਧ ਦਾ, ਅੰਗਰੇਜ਼ੀ ਦੇ ਨਿਬੰਧ ਦੀ ਪਹਿਲੀ ਐਂਥੋਲੋਜੀ ਅਰਵਿੰਦ ਮਹਿਰੋਤਰਾ ਜੀ ਨੇ ਐਡਿਟ ਕਰਕੇ 2020 ਦੇ ਆਖਰੀ ਹਫ਼ਤੇ ਦੇ ਵਿੱਚ, ਮਹੀਨਿਆਂ 'ਚ ਛਪੀ। ਅਤੇ ਯੂਰਪ 'ਚ ਅਲੱਗ-ਅਲੱਗ ਯੂਰਪੀ ਭਾਸ਼ਾਵਾਂ 'ਚ, ਅੰਗਰੇਜ਼ੀ 'ਚ, ਅਮਰੀਕਨ ਵੀ ਅਤੇ ਬ੍ਰਿਟਿਸ਼ ਵੀ, ਬਹੁਤ ਸਾਰਾ ਅਜਿਹਾ ਕੰਮ ਹੋ ਰਿਹਾ ਜਿਸ ਦੇ ਵਿੱਚ ਜਿਹੜੀਆਂ ਪਰੰਪਰਾਗਤ ਵਿਧਾਵਾਂ ਹੈ ਉਹ ਟੁੱਟ ਗਈਆਂ। ਯਾਨੀ ਆਟੋ ਫਿਕਸ਼ਨ ਆ ਗਈ, ਜਿਹਨੂੰ ਕਈ ਵਾਰੀ ਅਸੀਂ ਫਿਕਸ਼ਨਲ ਆਟੋਬਾਇਓਗ੍ਰਾਫੀ ਕਹਿ ਦਿੰਦੇ ਹਾਂ। ਨਾ ਉਹ ਫਿਕਸ਼ਨ ਹੈ, ਨਾ ਉਹ ਆਟੋਬਾਇਓਗ੍ਰਾਫੀ ਹੈ। ਲੇਕਿਨ ਉਹਦੀ ਲੋੜ ਇਹ ਹੈ ਕਿ ਜਿਹੜਾ ਇੱਕ ਸਟੇਬਲ ਸੈਲਫ ਤੋਂ ਉਪਜਿਆ ਹੋਇਆ ਕੰਮ ਸੀ ਕਿ ਆਟੋਬਾਇਓਗ੍ਰਾਫੀ ਹੈ, ਕਈ ਵਾਰੀ ਲੱਗਦਾ ਕਿ ਕਈ ਕੁਝ ਕਹਿਣਾ ਸੀ ਜਿਹੜਾ ਉਸ ਜੌਨਰ 'ਚ ਕਿਹਾ ਹੀ ਨਹੀਂ ਜਾ ਸਕਦਾ। ਹੁਣ ਇੱਕ ਐਨ ਐਰਨੋ ਦੀ ਦ ਈਅਰਸ ਕਿਤਾਬ ਹੈ, ਅੰਗਰੇਜ਼ੀ ਟ੍ਰਾਂਸਲੇਸ਼ਨ ਉਹਦੀ ਆਈ ਥੋੜ੍ਹੀ ਦੇਰ ਪਹਿਲੇ, ਅਤੇ ਉਸ ਨੇ ਇੱਕ ਕਲੈਕਟਿਵ ਸਬਜੈਕਟ ਦੇ ਵੱਲੋਂ ਉਹ ਸਾਰੀ ਆਟੋਬਾਇਓਗ੍ਰਾਫੀ ਲਿਖੀ ਹੈ। ਮਤਲਬ ਇਹ ਉਸ ਵਕਤ ਦੀਆਂ ਕੁੜੀਆਂ ਦੀ ਕਲੈਕਟਿਵ ਆਟੋਬਾਇਓਗ੍ਰਾਫੀ ਹੈ, ਜਿਹਦੇ ਵਿੱਚ ਉਹ ਵੀ ਹੈ ਔਰ ਆਪਣੇ ਆਪ ਨੂੰ ਆਪਣੀ ਤਸਵੀਰਾਂ 'ਚ ਦੇਖਦੀ ਪਈ ਹੈ ਕਿ ਉਹ ਕੁੜੀ ਖੜੀ ਹੈ। ਉਹ ਅਸਲ 'ਚ ਉਹ ਆਪ ਹੈ, ਆਪਣੇ ਆਪ ਨੂੰ ਬਾਹਰ ਦੇਖਦੀ ਪਈ ਹੈ ਔਰ ਆਪਣੇ ਆਪ ਨੂੰ ਸਾਰੀਆਂ ਔਰਤਾਂ 'ਚ ਦੇਖਦੀ ਪਈ, ਜਿਹੜੀਆਂ ਫਰਾਂਸ ਵਿੱਚ ਉਸ ਵੇਲੇ ਵੱਡੀਆਂ ਹੁੰਦੀਆਂ। ਫਿਰ ਉਹਦੇ 'ਚ ਇਮੈਜੀਨੇਸ਼ਨ ਦਾ ਰੋਲ ਆ ਗਿਆ। ਸੋ ਇੱਕ ਤਾਂ ਇਹ ਹੋਇਆ ਕਿ ਨਾਵਲ ਦਾ ਬਹੁਤ ਕੁਛ ਬਾਇਓਗ੍ਰਾਫੀ ਚਲਾ ਗਿਆ, ਆਟੋਬਾਇਓਗ੍ਰਾਫੀ ਚਲਾ ਗਿਆ, ਹਿਸਟਰੀ ਦਾ ਬਾਇਓਗ੍ਰਾਫੀ ਚਲਾ ਗਿਆ। ਨਿਬੰਧ ਨੇ ਸਭ ਕੁਛ ਹੀ ਲੈ ਲਿਆ। ਔਰ ਮੈਂ ਤਾਂ ਮਹਿਸੂਸ ਕਰਦਾ ਕਿ ਨਿਬੰਧ ਨੇ
ਪੋਸਟ ਮਾਡਰਨਿਜ਼ਮ ਦੀਆਂ ਮਿਥਾਂ ਨੂੰ ਬਹੁਤ ਬੁਰੀ ਤਰ੍ਹਾਂ ਤੋੜਿਆ, ਕਿਉਂਕਿ ਪੋਸਟ ਮਾਡਰਨਿਜ਼ਮ ਦਾ ਇੱਕ ਪੂਰਾ ਝੁਕਾਓ ਇਸ ਗੱਲ ਪਰ ਰਿਹਾ, ਖਾਸ ਤੌਰ 'ਤੇ ਸਿਧਾਂਤ ਵਿੱਚ, ਕਿ ਇਸ ਦੇ ਕੇਂਦਰ ਵਿੱਚ ਕੋਈ ਸਬਜੈਕਟ ਨਹੀਂ, ਇਹਦਾ ਆਪਣਾ ਕੋਈ ਕੇਂਦਰ ਨਹੀਂ ਹੈ, ਇਹ ਪੋਸਟ ਹਿਊਮਨ ਹੈ, ਐਸੀ ਕੋਈ ਗੱਲ ਨਹੀਂ। ਅਗਰ ਤੁਸੀਂ ਦੇਖੋ ਜਿਸ ਤਰ੍ਹਾਂ ਲਿਟਰੇਚਰ ਸਪੈਸ਼ਲੀ ਐਸੇ ਆ ਰਿਹਾ ਹੈ ਔਰ ਪਰਸਨਲ ਫੈਮਿਲੀਅਰ ਐਸੇ ਛਪ ਕੇ ਸਾਹਮਣੇ ਆ ਰਹੇ, ਔਰ ਜਿੰਨੇ ਉਹ ਪੜ੍ਹੇ ਜਾ ਰਹੇ, ਔਰ ਬਹੁਤ ਸਾਰੇ ਕਵੀ, ਬਹੁਤ ਸਾਰੇ ਨੋਵਲਿਸਟ ਹੁਣ ਲਗਾਤਾਰ ਐਸੇਜ਼ ਛਾਪ ਰਹੇ, ਆਪਣੇ ਪੁਰਾਣੇ ਐਸੇਜ਼ ਕਲੈਕਟ ਕਰ ਰਹੇ, ਬੁੱਕ ਰਿਵਿਊ ਐਸੇ ਦੇ ਲੈਵਲ 'ਤੇ ਆ ਗਿਆ ਹੈ। ਬੇਸ਼ੱਕ ਅਜੇ ਸਾਡੀਆਂ ਅਖਬਾਰਾਂ ਇਸ ਗੱਲ 'ਚ ਦੁਖੀ ਹੋ ਜਾਂਦੀਆਂ ਕਿ 700 ਤੋਂ 900 ਵਰਡ ਤੱਕ ਦੇ ਬੁੱਕ ਰਿਵਿਊ ਆ ਗਏ, ਛਾਪਣਾ ਕਿੱਦਾਂ, ਜਦਕਿ ਅਮਰੀਕਾ ਦੇ ਵਿੱਚ, ਬ੍ਰਿਟੇਨ ਦੇ ਵਿੱਚ, ਯੂਰਪ ਦੇ ਵਿੱਚ 20-25 ਹਜ਼ਾਰ ਦੇ ਬੁੱਕ ਰਿਵਿਊ ਚੱਲਦੇ ਹੈ ਇੰਨੇ ਵਰਡਸ। ਕੀ ਬਾਤ ਹੈ। ਔਰ ਲੋਕ 2-2 ਸਾਲ ਲਗਾ ਕੇ ਬੁੱਕ ਰਿਵਿਊ ਲਿਖਦੇ। ਇੱਥੇ ਹੁੰਦਾ ਕਿ ਅੱਜ ਕਿਤਾਬ ਛਪੀ, ਪਰਸੋਂ ਤੱਕ ਲਿਖ ਕੇ ਦੇ ਦਿਓ, ਲੋਕ ਬਿਨਾਂ ਪੜ੍ਹੇ ਵੀ ਲਿਖਦੇ ਹੁੰਦੇ। ਐਸੇ ਵੀ ਵਿੱਚ ਗੱਲਾਂ ਹੋਈਆਂ ਕਿ ਕਹਾਣੀਆਂ ਦੀ ਕਿਤਾਬ ਛਪੀ ਹੈ, ਔਰ ਪੰਜਾਬ ਦੀ ਗੱਲ ਹੈ, ਅੰਗਰੇਜ਼ੀ 'ਚੋਂ ਕਿਤਾਬ ਛਪਦੀ ਹੈ ਅਤੇ ਹਿੰਦੁਸਤਾਨ ਦਾ ਇੱਕ ਵੱਡਾ ਅਖਬਾਰ ਉਹਨੂੰ ਇੱਕ ਨਾਵਲ ਕਹਿ ਕੇ ਰਿਵਿਊ ਕਰਦਾ ਰਿਹਾ, ਜਿਸ ਦਾ ਮਤਲਬ ਹੈ ਰਿਵਿਊ ਕਰਨ ਵਾਲੇ ਨੇ ਕਿਤਾਬ ਦੇਖੀ ਹੋ ਨਹੀਂ, ਰਿਵਿਊ ਛਾਪ ਦਿੱਤਾ, ਬਲੌਗਸ ਤੋਂ ਪੜ੍ਹਿਆ, ਇੱਧਰੋਂ ਤੋਂ ਪੜ੍ਹਿਆ, ਖਿਚੜੀ ਜਿਹੀ ਬਣਾ ਕੇ ਛਾਪ ਦਿੱਤੀ। ਕਿਉਂ? ਸਾਡਾ ਤਾਂ ਨਾਂ ਵੱਜਦਾ। ਔਰ ਉਸ ਤੋਂ ਬਾਅਦ ਜਦੋਂ ਲੇਖਕ ਨੇ ਲਿਖਿਆ ਤਾਂ ਫਿਰ ਸ਼ਰਮ ਵੀ ਬੜੀ ਆਈ। ਸੋ ਇੱਕ ਤਾਂ ਇਹ ਹੋਇਆ ਕਿ ਜੌਨਰਸ ਟੁੱਟਦੀਆਂ ਪਈਆਂ, ਐਕਸਪੈਰੀਮੈਂਟੇਸ਼ਨ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ। ਦੂਸਰੇ, ਕਾਫੀ ਹੱਦ ਤੱਕ ਸਾਹਿਤ ਦੀ ਸਿਰਜਣਾ ਦੀਆਂ ਪੁਸਤਕਾਂ ਦਾ ਸਾਈਜ਼ ਘੱਟ ਗਿਆ। ਬਹੁਤ ਸੋਹਣੀਆਂ ਕਿਤਾਬਾਂ 70-80 ਸਫ਼ਿਆਂ ਦੀਆਂ, 100 ਸਫ਼ਿਆਂ ਦੀਆਂ, ਨਾਵਲ ਲਿਖੇ ਜਾ ਰਹੇ 90 ਸਫ਼ਿਆਂ ਦੇ, 80 ਦੇ, 120 ਦੇ, 125 ਦੇ। ਉਹਦਾ ਮਤਲਬ ਇਹ ਨਹੀਂ ਹੈ ਵੀ ਲੋਕਾਂ ਦੀਆਂ ਕਹਾਣੀਆਂ ਘੱਟ ਗਈਆਂ, ਇਹ ਹੋ ਗਿਆ ਵੀ ਜਿਸ ਤਰ੍ਹਾਂ ਕਹਿੰਦੇ ਕਿ ਮੈਗਨੀਫਾਈ ਹੋ ਗਿਆ। ਜੀ ਜੀ ਜੀ। ਮਤਲਬ ਤੁਸੀਂ ਦੇਖੋ ਮੈਂਡਲਸਟਾਮ ਦੇ ਆਖਰੀ ਦਿਨਾਂ ਦੇ ਉੱਪਰ ਇੱਕ ਕਿਤਾਬ ਆਈ ਹੈ, ਦ ਲਾਸਟ ਡੇਜ਼ ਆਫ ਮੈਂਡਲਸਟਾਮ, ਉਹਦੀ ਇੰਗਲਿਸ਼ ਟ੍ਰਾਂਸਲੇਸ਼ਨ ਹੈ, ਅਤੇ ਉਹ ਮਰਦਾ ਕਿੱਦਾਂ ਪਿਆ, ਭੁੱਖ ਨੂੰ ਕਿੱਦਾਂ ਖਾਂਦੀ ਪਈ, ਔਰ ਕਵਿਤਾ ਲਿਖਣ ਵਾਲੀ ਔਰਤ ਨੇ ਕਿਤਾਬ ਲਿਖੀ, ਸਾਰੀ ਇਮੈਜੀਨੇਸ਼ਨ ਹੈ। ਹੁਣ ਮੈਨੂੰ ਐਗਜ਼ੈਕਟ ਯਾਦ ਨਹੀਂ ਆ ਰਿਹਾ, ਮੇਰੇ ਖਿਆਲ ਉਹ ਲੈਬਨੀਜ਼ ਅਮਰੀਕਨ ਰਾਈਟਰ ਹੈ, ਅਤੇ ਜੋ ਉਹ ਇਮੈਜਿਨ ਕਰਦੀ ਪਈ ਹੈ, ਉਹਨੇ ਕਵਿਤਾ 'ਚ ਲਿਖਣ ਦੀ ਬਜਾਏ ਕਵਿਤਾ ਨੂੰਵਾਂ ਪ੍ਰੋਜ਼ 'ਚ ਲਿਖ ਦਿੱਤਾ। ਗਲਪ ਕਹਿੰਦੇ ਆਪਾਂ ਨੂੰ, ਵਾਰਤਕ ਵਿੱਚ ਲਿਖ ਦਿੱਤਾ, ਅਤੇ ਕਿਆ ਛੋਟੀ ਜਿਹੀ ਕਹਾਣੀ ਬਣਾ ਦਿੱਤੀ। ਇਸੇ ਤਰ੍ਹਾਂ ਨੋਬੈਲ ਲੌਰੀਏਟ ਪੀਟਰ ਹੈਂਡਕੇ ਨੇ ਆਪਣੀ ਮਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਕਿਸ ਵੇਲੇ ਆਤਮ ਹੱਤਿਆ ਕਰ ਲਈ ਸੀ, ਜਿਸ ਨੇ ਡੈਥ ਕੈਂਪਸ ਦਾ ਵਕਤ ਦੇਖਿਆ ਸੀ, ਗਰੀਬੀ ਦੇਖੀ ਸੀ ਜਿਹੜੀ ਉਹ ਵਾਰ ਦੇ ਦਿਨਾਂ ਦੀ ਸੀ, ਅਤੇ ਉਹ ਮਤਲਬ ਇੰਨਾ ਵੱਡਾ ਆਦਮੀ ਕਿਤਾਬ ਲਿਖਦਾ ਪਿਆ ਹੈ, ਅ ਸੋਰੋ ਬਿਯੋਂਡ ਡਰੀਮਸ, ਸੁਪਨਿਆਂ ਤੋਂ ਪਰੇ ਦੇ ਗਮ, ਅਤੇ ਮਾਂ ਦੇ ਪਾਗਲਪਨ ਨੂੰ, ਉਹਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਜਿਹੜੀ ਚਾਹੁੰਦੀ ਸੀ ਕਿ ਮੈਂ ਇੱਕ ਇਨਸਾਨ ਦੇ ਤੌਰ 'ਤੇ ਭਰਪੂਰ ਜ਼ਿੰਦਗੀ ਜੀਣੀ ਕਿੱਦਾਂ, ਪਰ ਉਹ ਜੀ ਨਹੀਂ ਸਕੀ। ਔਰ ਕਿਤਾਬ ਖਤਮ ਹੋਣ 'ਤੇ ਉਹ ਕਹਿੰਦਾ ਕਿ ਮੈਂ ਕਿਸੇ ਦਿਨ ਆਪਣੀ ਮਾਂ ਦੇ ਉੱਪਰ ਕਿਤਾਬ ਲਿਖੂੰਗਾ। ਮਤਲਬ ਕਿਤਾਬ ਉਹਦੀ ਅਜੇ ਲਿਖੀ ਹੀ ਨਹੀਂ ਗਈ, ਉਹ ਮੰਨਦਾ ਪਿਆ। ਬਹੁਤ ਖੂਬ। ਸੋ ਇਹ ਕੰਮ ਬਹੁਤ ਸੋਹਣੇ ਹੋ ਰਹੇ ਹੈ। ਇਹਦੇ ਵਿੱਚ ਸਾਰੇ 'ਚ ਕੀ ਹੈ ਕਿ ਕਵੀ ਦੀ ਜ਼ਿੰਦਗੀ, ਕਲਾਕਾਰ ਦੀ ਆਪਣੀ ਨਿੱਕੀਆਂ ਨਿੱਕੀਆਂ ਚੀਜ਼ਾਂ, ਕੁਛ ਐਸੀਆਂ ਹੁਣ ਜਿੱਦਾਂ ਨੋਟਸ ਔਨ ਗਰੀਫ ਆਈ ਹੈ ਦੀ ਐਡੀਚੀ ਦੀ, ਬਾਪ ਦੀ ਮੌਤ ਕੋਵਿਡ ਦੇ ਟਾਈਮ 'ਤੇ ਹੋਈ, ਲੇਕਿਨ ਕੋਵਿਡ ਕਰਕੇ ਨਹੀਂ ਹੋਈ। ਸਾਰੀ ਫੈਮਿਲੀ ਜਦੋਂ ਮੁੜ ਕੇ ਇਕੱਠੀ ਹੁੰਦੀ ਹੈ ਜ਼ੂਮ ਦੇ ਉੱਪਰ, ਤਾਂ ਉਹ ਦੇਖਦੇ ਵੀ ਇਸ ਖਾਨੇ 'ਚ ਡੈਡੀ ਹੁੰਦੇ ਸੀ, ਅੱਜ ਡੈਡੀ ਵਾਲਾ ਖਾਣਾ ਹੈ ਨਹੀਂ। ਸੋ ਤੁਸੀਂ ਸ਼ੋਅ ਕਿੱਦਾਂ ਬਣਾਉਂਦੇ ਹੋ? ਨਿੱਕੀ ਜਿਹੀ ਕਿਤਾਬ ਹੈ, 80 ਸਫ਼ਿਆਂ ਦੀ ਕਿਤਾਬ ਹੈ ਸਾਰੀ, ਔਰ ਇੱਕ ਸਫ਼ੇ ਦੇ ਉੱਪਰ ਪਹਿਲੀ ਤਰ੍ਹਾਂ ਨਹੀਂ ਕਿ 300-400 ਲਫ਼ਜ਼ ਹੈ, 150-200 ਲਫ਼ਜ਼ ਹੁੰਦੇ, ਪਰ ਉਹ ਕਿਤਾਬ ਹੀ ਤੁਹਾਨੂੰ ਪੂਰੀ ਦੁਨੀਆ 'ਚ ਲੈ ਜਾਂਦੀ। ਸੋ ਇੱਕ ਵਿਧਾ ਦੇ ਤੌਰ 'ਤੇ ਮੇਰੇ ਖਿਆਲ ਇਹ ਹੋਇਆ ਕਿ ਕਿਤਾਬਾਂ ਛੋਟੀਆਂ ਆਉਣ ਲੱਗ ਪਈਆਂ, ਕੌਨਸਨਟ੍ਰੇਟਿਡ ਹੈ, ਪੋਇਟਿਕ ਜ਼ਿਆਦਾ ਹੈ, ਫਿਰ ਟ੍ਰਾਂਸਲੇਸ਼ਨ 'ਚ ਬੇਸ਼ੁਮਾਰ ਕੰਮ ਹੋ ਰਹੇ। ਕਲਕੱਤਾ 'ਚ ਜਿਹੜੇ ਉੱਠੇ ਸੀ, ਹੁਣ ਨਿਊਯਾਰਕ ਅਤੇ ਲੰਡਨ 'ਚ ਆਫਿਸ ਹੈ ਸੀ ਗੱਲ ਵਾਲੇ, ਬਹੁਤ ਸਾਰੀ ਟ੍ਰਾਂਸਲੇਸ਼ਨ ਛਾਪ ਗਏ, ਫਿਰ ਜ਼ਰਾਲਡੋ ਬਾਰੇ ਬਹੁਤ ਸਾਰੀ ਛਾਪ ਗਏ। ਸੋ ਦੁਨੀਆ 'ਚ ਇੱਕ ਛੋਟੇ ਪਬਲਿਸ਼ਰ ਬੜੇ ਉੱਠੇ, ਛੋਟੇ ਪਬਲਿਸ਼ਰਸ ਨੇ ਇੰਨੀਆਂ ਸੋਹਣੀਆਂ ਕਿਤਾਬਾਂ ਲਿਆ ਕੇ ਦਿੱਤੀਆਂ ਸਾਨੂੰ ਕਿ ਅਸੀਂ ਸੋਚ ਨਹੀਂ ਸਕਦੇ ਵੀ ਵੱਡੇ ਪਬਲਿਸ਼ਰ ਇੱਦਾਂ ਦਾ ਕੰਮ ਕਰਨਗੇ, ਔਰ ਸਸਤੀਆਂ ਕਿਤਾਬਾਂ। ਕਿਸੇ ਵੇਲੇ ਲੱਗਦਾ ਸੀ ਵੀ ਕਿਤਾਬਾਂ ਰਿਪਲੇਸ ਹੋ ਜਾਣਗੀਆਂ, ਬੜੀ ਟੈਕਨੋਲੋਜੀ ਆ ਗਈ ਹੈ, ਪਰ ਕਿਤਾਬ ਰਿਪਲੇਸ ਨਹੀਂ ਹੋਈ। ਕਿਤਾਬ ਰਿਪਲੇਸ ਕਿਹੜੀ ਹੋਈ ਹੈ? ਜਿਹੜੀ ਸਾਹਿਤਕ ਨਹੀਂ ਸੀ, ਜਾਂ ਐਨਸਾਈਕਲੋਪੀਡੀਆ ਹੋਏ, ਡਿਕਸ਼ਨਰੀਜ਼ ਹੋਈਆਂ, ਅਤੇ ਜਾਂ ਫਿਰ ਉਹ ਕਿਤਾਬਾਂ ਹੋਈਆਂ ਜਿਹੜੀਆਂ ਤੁਸੀਂ ਇੱਕ ਵਾਰੀ ਪੜ੍ਹ ਕੇ ਛੱਡ ਦੇਣਗੇ। ਸਾਹਿਤ ਉਹ ਚੀਜ਼ ਨਹੀਂ ਜਿਹੜੀ ਇੱਕ ਵਾਰੀ ਪੜ੍ਹ ਕੇ ਛੱਡਦੀ ਜਾਂਦੀ, ਮੁੜ ਕੇ ਆਉਂਦੇ, ਔਰ ਹਰ ਵਾਰੀ ਬਿਲਕੁਲ ਤੁਹਾਨੂੰ ਨਵੀਆਂ ਚੀਜ਼ਾਂ ਲੱਭਦੀਆਂ, ਨਵੀਆਂ ਗਹਿਰਾਈਆਂ ਲੱਭਦੀਆਂ। ਇਸ ਲਈ ਕਿਤਾਬ ਦੀ ਇੱਕ ਖਾਸ ਸੁਭਾਅ ਹੈ ਨਾ ਕਿ ਤੁਸੀਂ ਕਿਤਾਬ ਨੂੰ ਖੱਬਿਓਂ ਸੱਜਿਓਂ ਖੱਬੇ ਤਾਂ ਪੜ੍ਹਦੇ ਹੀ ਪੜ੍ਹਦੇ ਹੋ, ਨਾਲ ਨਾਲ ਕਿਤਾਬ ਦੀ ਗਹਿਰਾਈ ਹੁੰਦੀ ਹੈ, ਤੁਸੀਂ ਉਹਦੀ ਗਹਿਰਾਈ 'ਚ ਉਤਰਦੇ ਹੋ।
ਜਿਹੜੀ ਸਕਰੀਨ ਦੇ ਉੱਪਰ ਨਹੀਂ ਪੋਸੀਬਲ। ਕੀ ਬਾਤ ਵੈਸੇ ਸੌਫਟਵੇਅਰ ਇਦਾਂ ਦੇ ਆਏ ਹੈ, ਹੈ। ਐਪਲ ਵਾਲਿਆਂ ਦੀ ਕਿਸੇ ਨੇ ਬਣਾਏ ਹੈ ਕਿ ਤੁਸੀਂ ਸਾਰੇ ਡਾਕੂਮੈਂਟ ਇਕੱਠੇ ਕਰਕੇ ਐਟ ਅ ਟਾਈਮ ਦੇਖ ਸਕਦੇ ਹੋ। ਪਰ ਜਿਹੜਾ ਹੈ ਕਿ ਇੱਥੇ ਅੰਗੂਠਾ ਰੱਖ ਕੇ, ਇੱਥੇ ਕਾਗਜ਼ ਰੱਖ ਕੇ ਤੇ ਤੀਸਰਾ ਪੇਜ ਖੋਲ੍ਹ ਕੇ ਇਕੱਠੇ ਪੜ੍ਹਨੇ ਆ, ਉਹ ਨਹੀਂ ਹੁੰਦੇ। ਨਾਲੇ ਉਹ ਜਿਹੜੀ ਕਿ ਯਾਤਰਾ ਹੁੰਦੀ ਨਾ, ਵਿੱਚ 60 ਪੇਜ ਨਿਕਲ ਗਏ ਹੈ, ਤੁਹਾਨੂੰ ਉਹ 'ਚ ਪਤਾ ਹੁੰਦਾ ਇਹ 'ਚ ਕੀ ਨਿਕਲ ਗਿਆ ਹੈ। ਬਿਲਕੁਲ ਬਿਲਕੁਲ। ਉਸ ਤੋਂ ਬਗੈਰ ਅਰਥ ਨਹੀਂ ਬਣਦੇ। ਉਹ ਪਾਠਕ ਨਾਲ ਉਹਦੇ ਯਾਤਰਾ ਬਿਲਕੁਲ, ਕਰ ਰਿਹਾ ਬਿਲਕੁਲ, ਹੁੰਦਾ, ਬਿਲਕੁਲ। ਉਦੋਂ ਪਾਠਕ ਸੋ ਬੈਠਾ ਹੋਇਆ ਵੀ ਇੱਕ ਬਿਲਕੁਲ, ਸਫ਼ਰ 'ਚ ਹੁੰਦਾ। ਕਿਉਂਕਿ ਇਹ ਵਿਧਾਵਾਂ ਦੇ ਵਿੱਚ ਇਹ ਬਹੁਤ ਕਮਾਲ ਦੀ ਗੱਲ ਹੋਈ ਹੈ। ਫਿਰ ਹੋਮਰ ਦੀ ਇਲੀਅਡ ਦੀ ਇੱਕ ਨਵੀਂ ਵਰਸ਼ਨ ਆਈ ਸੀ, ਜੀ। ਮੈਨੂੰ ਉਹਦਾ ਹੁਣ ਨਾਮ ਨਹੀਂ ਯਾਦ ਆ ਰਿਹਾ। ਇੱਕ ਉਸ ਔਰਤ ਨੇ ਇੰਨੀ ਖੂਬਸੂਰਤ ਉਹ ਲਿਖੀ ਹੈ ਕਿ ਉਹਨੇ ਸਿਰਫ ਇਹ ਦੇਖਿਆ ਵੀ ਹੋਮਰ ਦੇ ਇਲੀਅਡ 'ਚ ਲੋਕ ਕਿੰਨੀ ਤਰ੍ਹਾਂ ਮਰਦੇ, ਔਰ 60 ਤੋਂ ਵੱਧ ਤਰੀਕੇ ਮਰਨ ਦੇ। ਸਿਰਫ ਜਿਹੜੇ ਬੰਦੇ ਮਰਦੇ ਪਏ ਹੈ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਉੱਪਰ ਮਾਡਰਨ ਪੋਇਟਰੀ ਦਾ ਟੈਕਸਟ ਸਿਰਜ ਦਿੱਤੀ, ਮਤਲਬ ਟੈਕਸਟ ਰੀਰਾਈਟ ਹੋ ਰਹੀ। ਔਰ ਅਮੇਜ਼ਿੰਗ ਬਾਇਓਗ੍ਰਾਫੀਜ਼ ਲਿਖੀਆਂ, ਬਾਇਓਗ੍ਰਾਫੀ ਵੀ ਦਾ ਵੀ ਹੜਾ ਆਇਆ ਹੋਇਆ, ਬਹੁਤ ਸੋਹਣੀ ਹੈ। ਹੁਣ ਥੋੜ੍ਹੀ ਦੇਰ ਪਹਿਲੇ ਇੱਕ ਯੰਗ ਰਾਈਟਰ ਮਨਨ ਕਪੂਰ ਹੈ, ਉਹਦੀ ਆਈ ਹੈ, ਆਗਾ ਸ਼ਾਹਿਦ ਅਲੀ ਦੀ ਇਹ ਮੈਪ ਆਫ ਲੌਂਗਿੰਗ, ਜੋ ਪੜ੍ਹਦਾ ਮੈਂ ਅੱਜ ਕੱਲ੍ਹ। ਸੋ ਜੌਨਰਸ ਦੇ ਵਿੱਚ ਉਹ ਜਿਹੜਾ ਸੀ ਨਾ, ਇੱਕ ਇਹ ਨਾਟਕ ਹੈ ਅਤੇ ਇਹ ਐਪਿਕ ਹੈ, ਇਹ ਨਾਵਲ ਹੈ। ਨਾਵਲ ਵੀ ਕੀ ਹੈ ਉਹ ਵੀ ਬਦਲ ਗਿਆ, ਕਵਿਤਾ ਬਦਲ ਗਈ। ਸਰ, ਇਹ ਤੁਸੀਂ ਬਹੁਤ ਸਾਰੀਆਂ ਅੰਗਰੇਜ਼ੀ ਦੀਆਂ ਪੁਸਤਕਾਂ ਦੇ ਹਵਾਲੇ ਨਾਲ ਗੱਲ ਕੀਤੀ, ਜਿਹੜੀਆਂ ਇਸ ਵੇਲੇ ਸੰਸਾਰ ਪੱਧਰ 'ਤੇ ਉਹਨਾਂ ਨੇ ਇੱਕ ਆਪਣੀ ਜਗ੍ਹਾ ਬਣਾਈ ਆ, ਔਰ ਵੱਡੇ ਪੱਧਰ 'ਤੇ ਪੜ੍ਹੀਆਂ ਜਾ ਰਹੀਆਂ। ਅਤੇ ਤੁਸੀਂ ਪੰਜਾਬੀ ਲੇਖਣੀ ਅਤੇ ਜਿਹੜਾ ਪਾਠਕ ਆ, ਲੇਖਕ ਅਤੇ ਪਾਠਕ ਦੋਹਾਂ ਨੂੰ, ਉਹਨੂੰ ਕਿਸ ਤਰ੍ਹਾਂ ਵੇਖਦੇ ਆ ਕਿ ਕਿਤੇ ਇਹ ਮਹਿਸੂਸ ਕਰਦੇ ਆ ਕਿ ਪੰਜਾਬੀ ਪਾਠਕ ਕੋਲ ਵੀ ਜਾਂ ਬਹੁਤ ਸਾਰਾ ਲੇਖਕ ਵਰਗ ਵੀ ਹੈਗਾ, ਉਹ ਉਸ ਤਰ੍ਹਾਂ ਮਲਟੀਲਿੰਗੁਅਲ ਜਾਂ ਉਸ ਤਰ੍ਹਾਂ ਦੀ ਮਲਟੀਲਿੰਗੁਅਲ ਜਿਹੜੀ ਟੈਕਸਟ ਹੈਗੀ ਆ, ਪੰਜਾਬੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ 'ਚ ਜਿਹੜੀਆਂ ਵਰਲਡ ਲੈਵਲ 'ਤੇ ਲਿਖੀਆਂ ਜਾ ਰਹੀਆਂ, ਜਿਨ੍ਹਾਂ ਬਾਰੇ ਗੱਲ ਹੋ ਰਹੀ ਆ, ਉਹਦੇ ਨਾਲੋਂ ਜੁੜਨ 'ਚ ਕਿਤੇ ਟੁੱਟਿਆ ਹੋਇਆ ਜਾਂ ਉਹਦੇ ਨਾਲ ਕਿਤੇ ਰਾਬਤਾ ਘੱਟ ਆ, ਜਾਂ ਇਹਨੂੰ ਵੱਧ ਜੁੜਨ ਦੀ ਲੋੜ ਸੀ, ਜਾਂ ਜਿਸ ਤਰ੍ਹਾਂ ਜੁੜ ਨਹੀਂ ਸਕਿਆ, ਇਸ ਤਰ੍ਹਾਂ ਕਿਵੇਂ ਵੇਖਦੇ ਹੋ? ਦੇਖੋ, ਇਹ ਫਰਕ ਤਾਂ ਕੁਝ ਸਾਲਾਂ 'ਚ ਪਿਆ ਹੈ। ਅਸੀਂ ਆਮ ਤੌਰ 'ਤੇ ਸੁਣਦੇ ਹਾਂ ਆਪਣੇ ਦੋਸਤਾਂ ਤੋਂ, ਸਾਡੇ ਤੋਂ ਜਿਹੜੇ ਵੱਡੇ ਹੈ ਉਹਨਾਂ ਤੋਂ, ਕਿ ਕੋਈ ਵਕਤ ਸੀ ਕਿ ਪੰਜਾਬੀ ਦੇ ਸਾਰੇ ਆਲੋਚਕ ਲੇਖਕ ਦੂਜੇ ਸਾਹਿਤਾਂ ਨਾਲ ਜੁੜੇ ਹੋਏ ਸੀ, ਪਰਸ਼ੀਅਨ ਪੜ੍ਹਦੇ ਸੀ, ਲਿਖਦੇ ਸੀ, ਅਰੈਬਿਕ ਜਾਣਦੇ ਸੀ, ਉਰਦੂ ਤਾਂ ਤਕਰੀਬਨ ਸਾਰੇ ਹੀ ਜਾਣਦੇ ਸੀ, ਹਿੰਦੀ ਪੜ੍ਹਦੇ ਸੀ, ਅੰਗਰੇਜ਼ੀ ਬੜਾ ਕੰਮ ਕਰਦੇ ਸੀ। ਬਹੁਤ ਸਾਰਿਆਂ ਨੇ ਪਰਸ਼ੀਅਨ, ਅਰੈਬਿਕ, ਉਰਦੂ, ਹਿੰਦੀ, ਅੰਗਰੇਜ਼ੀ ਦੀ MA ਵੀ ਕੀਤੀ ਹੁੰਦੀ ਸੀ, ਫਿਰ ਉਹ ਪੰਜਾਬੀ 'ਚ ਵੀ ਨਾਲ ਕੰਮ ਕਰਦੇ ਸੀ, ਔਰ ਘੱਟੋ ਘੱਟ 2 ਭਾਸ਼ਾਵਾਂ 'ਚ ਉਹ ਲਿਖ ਲੈਂਦੇ ਸੀ। 2 ਭਾਸ਼ਾਵਾਂ ਦਾ ਮਤਲਬ ਹੈ, ਦੇਖੋ ਕਿ ਸਾਡੇ ਕੋਲ ਇੱਕ ਸਟੀਰੀਓਸਕੋਪਿਕ ਵਿਜ਼ਨ ਹੈ। ਬਿਲਕੁਲ ਉੱਦਾਂ ਹੀ ਹੈ, ਜਦੋਂ ਸਟੀਰੀਓਸਕੋਪ ਨਹੀਂ ਸੀ ਹੁੰਦਾ ਤਾਂ ਉਹਨੂੰ ਦੇਖ ਲਓ ਫਿਲਮਾਂ ਕਿੱਦਾਂ ਨਹੀਂ ਹੁੰਦੀਆਂ ਸੀ, ਮਤਲਬ ਇੱਕ ਡੈਪਥ ਹੁੰਦੀ ਹੈ। ਟ੍ਰਾਂਸਲੇਸ਼ਨ ਦੇ ਵਿੱਚ ਵੀ ਇਹੀ ਹੁੰਦਾ ਹੈ ਕਿ ਸਟੀਰੀਓਸਕੋਪਿਕ ਵਿਜ਼ਨ ਮਿਲਦਾ। ਤੁਸੀਂ ਇੱਕ ਤਜਰਬੇ ਨੂੰ 2 ਭਾਸ਼ਾਵਾਂ ਦੇ ਨਾਲ ਇਕੱਠੇ ਦੇਖਦੇ ਹੋ, ਯਾਨੀ ਤੁਹਾਡੇ ਕੋਲ 4 ਅੱਖਾਂ ਮੰਨੋ, ਜਾਂ ਪਹਿਲੇ ਇੱਕ ਅੱਖ ਸੀ, ਹੁਣ 2 ਹੋ ਗਈ, 3rd ਡਾਇਮੈਂਸ਼ਨ ਤੁਹਾਨੂੰ ਨਜ਼ਰ ਹੀ ਨਹੀਂ ਆ ਗਈ, ਦੂਜੀ ਭਾਸ਼ਾ ਨਹੀਂ। ਲੇਕਿਨ ਨਾਲ ਨਾਲ ਮੈਨੂੰ ਇਹ ਵੀ ਲੱਗਦਾ ਕਿ ਪੰਜਾਬੀ ਦੇ ਖਾਸ ਤੌਰ 'ਤੇ ਪਾਠਕ ਦੇ ਵਿੱਚ ਦੂਜੀਆਂ ਭਾਸ਼ਾਵਾਂ ਪ੍ਰਤੀ ਬਹੁਤ ਗਹਿਰੀ ਪਿਆਸ ਹੈ, ਭੁੱਖ ਹੈ, ਇੱਛਾ ਹੈ, ਪਿਆਰ ਹੈ। ਉਹਨੂੰ ਕਿਸੇ ਚੀਜ਼ ਨੇ ਦਬਾਇਆ ਹੋਇਆ ਤਾਂ ਹੈ, ਇੱਕ ਝੂਠੇ ਜਿਹੇ ਵਹਿਮ ਨੇ ਜਿਹੜਾ ਪਾਲ ਲਿਆ ਗਿਆ ਹੈ। ਕੁਝ ਬੰਦਿਆਂ ਨੇ ਪਾਲਿਆ ਹੋਏਗਾ, ਮੈਨੂੰ ਨਹੀਂ ਪਤਾ ਉਹ ਕਿਹੜੇ ਬੰਦੇ ਆ, ਕਿਉਂ ਪਾਲਿਆ ਗਿਆ, ਕਿ ਜੇ ਤੁਸੀਂ ਪੰਜਾਬੀ ਨੂੰ ਪਿਆਰ ਕਰਦੇ ਹੋ, ਦੂਜੀ ਭਾਸ਼ਾ ਦੀ ਕਿਤਾਬ ਨੂੰ ਹੱਥ ਨਾ ਲਾਓ, ਉਹਨੂੰ ਪੜ੍ਹੋ ਨਾ, ਉਹਦੇ 'ਚ ਗੱਲ ਨਾ ਕਰੋ। ਮੈਂ ਮੰਨਦਾ ਕਿ ਪੰਜਾਬ ਦੇ ਵਿੱਚ ਤਾਂ ਇਹ ਗੱਲ ਹੋਣੀ ਨਹੀਂ ਚਾਹੀਦੀ। ਜਿਹੜਾ ਪੰਜਾਬ ਹੀ 5 ਆਬ ਹੈ, ਬਿਲਕੁਲ ਇੱਕ ਆਬ ਥੋੜ੍ਹੀ ਹੈ ਉਹ। ਈਵਨ ਮੱਧਕਾਲ 'ਚ ਵੀ ਦੇਖੀਏ, ਬਿਲਕੁਲ, ਉਰਦੂ ਦਾ, ਪਰਸ਼ੀਅਨ ਦਾ, ਕਿੰਨੀਆਂ ਭਾਸ਼ਾਵਾਂ ਨਾਲ ਪੰਜਾਬੀ ਦਾ ਇੱਕ ਰਾਬਤਾ ਹੁੰਦਾ ਆ, ਜਿਹੜਾ ਗੋਬਿੰਦ ਸਿੰਘ ਦਾ ਦੇਖੋ ਕਿੰਨੀਆਂ ਭਾਸ਼ਾਵਾਂ ਤੇ ਅਧਿਕਾਰ ਸੀ। ਵਧਣ ਦੀ ਬਜਾਏ ਮੈਨੂੰ ਲੱਗਦਾ ਕਿ 47 ਤੋਂ ਬਾਅਦ ਤਾਂ ਉਹ ਬਿਲਕੁਲ ਬਹੁਤ ਬੁਰੀ ਤਰ੍ਹਾਂ ਟੁੱਟਦਾ ਆ। ਇਸ ਲਈ ਇਹ ਮੁੜ ਕੇ ਜੋੜਨ ਦੀ ਲੋੜ ਹੈ ਸਾਨੂੰ। ਵਿਭਾਗ ਇੱਦਾਂ ਯਾਨੀ ਸਮਝੋ ਕਿ ਸਕੂਲਸ ਆਫ ਲੈਂਗੁਏਜ ਦਾ ਸਿਰਜਣੇ ਚਾਹੀਦੀ ਹੈ, ਭਈ ਕਾਲਜ ਜਾਣ ਵਾਲਾ, ਯੂਨੀਵਰਸਿਟੀ ਜਾਣ ਵਾਲਾ ਹਰ ਇੱਕ ਵਿਦਿਆਰਥੀ ਘੱਟੋ ਘੱਟ ਇੱਕ ਹੋਰ ਭਾਸ਼ਾ ਦੇ ਵਿੱਚ ਸਾਹਿਤ ਦਾ ਗੰਭੀਰ ਅਧਿਐਨ ਕਰੇ, ਸਿਰਫ ਹੱਥ ਹੀ ਨਾ ਲਾਏ, ਗੰਭੀਰ ਅਧਿਐਨ ਕਰੇ। ਦੇਖੋ ਉਸ ਦੇ ਨਾਲ ਹੁੰਦਾ ਕਿ ਜਿੱਦਾਂ ਮੈਨੂੰ ਮਹਿਸੂਸ ਕੀ ਹੋਇਆ, ਜਦੋਂ ਮੈਂ ਅੰਗਰੇਜ਼ੀ ਔਰ ਪੰਜਾਬੀ ਦੋਵਾਂ 'ਚ ਕੰਮ ਕਰਦਾ ਤਾਂ ਮੈਨੂੰ ਪੰਜਾਬੀ ਵੀ ਹੋਰ ਤਰ੍ਹਾਂ ਦਿਸਦੀ, ਜਿਹੜੀ ਇਕੱਲੀ ਪੰਜਾਬੀ ਪੜ੍ਹ ਕੇ ਨਹੀਂ ਸੀ ਦਿਸਦੀ, ਅੰਗਰੇਜ਼ੀ ਹੋਰ ਤਰ੍ਹਾਂ ਦਿਸਦੀ, ਜਿਹੜੀ ਇਕੱਲੀ ਅੰਗਰੇਜ਼ੀ ਪੜ੍ਹ ਕੇ ਨਹੀਂ ਸੀ ਦਿਸਦੀ। ਅਤੇ ਮੇਰਾ ਤਾਂ ਬਸ ਚਲੇ ਤਾਂ ਮੈਂ 3-4 ਹੋਰ ਸਿੱਖ ਲਵਾਂ, ਬਿਲਕੁਲ, ਪਰ ਉਹ ਇੰਨਾ ਵਕਤ ਨਹੀਂ ਹੁੰਦਾ। ਮੈਂ ਕੋਸ਼ਿਸ਼ ਕੀਤੀ ਹੈ 1-2 ਭਾਸ਼ਾਵਾਂ ਹੋਰ ਸਿੱਖਣ ਦੀ, ਲੇਕਿਨ ਦੇਖੋ ਹਰ ਇੱਕ ਭਾਸ਼ਾ ਦੀ ਇੱਕ ਆਪਣੀ ਯੂਨੀਵਰਸ ਹੈ। ਸਾਡੇ ਕੋਲ ਜਿੰਨੀਆਂ ਹੀ ਭਾਸ਼ਾਵਾਂ ਹੈ,
ਉਨੀਆਂ ਹੀ ਯੂਨੀਵਰਸਿਟੀਜ਼ ਹੈ, ਫਿਰ ਹਰ ਇੱਕ ਲਿਟਰੇਚਰ ਇੱਕ ਆਪਣੀ ਹੀ ਯੂਨੀਵਰਸ ਹੈ ਔਰ ਮਲਟੀਵਰਸ ਹੈ। ਤੁਸੀਂ ਦੇਖੋ ਅਸੀਂ ਕਿੰਨੇ ਅਮੀਰ ਹੋ ਗਏ। ਬਿਲਕੁਲ, ਮੈਨੂੰ ਲੱਗਦਾ ਇਸ ਚੀਜ਼ ਨੂੰ ਹੋਰ ਅਮੀਰ ਬਣਾਉਣ ਲਈ ਜਿਹੜੇ ਇੱਕ ਅਨੁਵਾਦ ਰਾਹੀਂ ਇੱਕ ਪੁਲ ਸਿਰਜਣ ਦੀ ਲੋੜ ਆ ਦੂਸਰੀਆਂ ਭਾਸ਼ਾਵਾਂ ਨਾਲ, ਉਹਦੇ 'ਚ ਵੀ ਵੱਧ ਕੰਮ ਹੋਣ ਦੀ ਲੋੜ ਆ। ਔਰ ਬਿਲਕੁਲ, ਤੁਸੀਂ ਹੋ ਵੀ ਰਿਹਾ, ਬੜਾ ਸੋਹਣਾ ਹੋ ਰਿਹਾ। ਔਰ ਤੁਸੀਂ ਖੁਦ ਕੀਤਾ, ਜਿਵੇਂ ਮੌਜੀ ਪਰਿੰਦੇ, ਹੁਣ ਪਿੱਛੇ ਜੇ ਰਵਿੰਦਰਨਾਥ ਟੈਗੋਰ ਹੁਣਾਂ ਦੀ ਕਵਿਤਾ ਕੀਤੀ ਆ, ਕਵਿਤਾ ਦਾ ਸਮਾਂ, ਜਿਹ 'ਚ ਕਿ ਵੱਡੇ ਪੋਇਟਸ ਲਏ ਆ ਵਰਲਡ ਲੈਵਲ ਦੇ, ਉਹਨਾਂ ਨੂੰ ਕੀਤਾ। ਔਰ ਕਵਿਤਾ ਨੂੰ ਤੁਸੀਂ ਅਨੁਵਾਦ ਕੀਤਾ ਆ। ਕਵਿਤਾ ਨੂੰ ਅਨੁਵਾਦ ਕਰਨਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਆ ਤੁਹਾਡਾ? ਅਨੁਵਾਦ ਦੀ ਆਪਾਂ ਪਹਿਲੇ ਗੱਲ ਕਰੀ, ਜਿਹੜੀ ਤੁਸੀਂ ਪਹਿਲੇ ਛੇੜੀ ਸੀ ਗੱਲ, ਕਿ ਜਿਸ ਤਰ੍ਹਾਂ ਦੇ ਮੈਨੂੰ ਜਿਸ ਤਰ੍ਹਾਂ ਦੀ ਪ੍ਰਤੀਕਿਰਿਆਵਾਂ ਮਿਲੀਆਂ ਜਦੋਂ ਕਵਿਤਾ ਦਾ ਸਮਾਂ ਛਪੀ, ਉਹਦੇ 'ਚ ਇੱਕ ਚੀਜ਼ ਮੈਨੂੰ ਸੁਣਨ 'ਚ ਆਈ ਪਈ, ਕੁਛ ਲੋਕਾਂ ਨੇ ਤਾਂ ਬਹੁਤ ਇੰਜੋਏ ਕੀਤੀ ਤੇ ਕਹਿਣ ਲੱਗੇ ਵੀ ਇਹ ਕੀ ਹੈ। ਇਹ ਦੋਨਾਂ ਪ੍ਰਤੀਕਿਰਿਆਵਾਂ ਦੇ ਕੇਂਦਰ ਦੇ ਵਿੱਚ ਕੋਈ ਗੱਲ ਹੈ ਵੀ ਇੱਕ ਖਾਸ ਤਰ੍ਹਾਂ ਦੀ ਅਨੁਭੂਤੀ ਹੈ, ਇੱਕ ਖਾਸ ਤਰ੍ਹਾਂ ਦਾ ਐਸਥੈਟਿਕ, ਪੋਲੀਟੀਕਲ, ਹਿਸਟੋਰੀਕਲ, ਕਲਚਰਲ ਐਕਸਪੀਰੀਅੰਸ ਪਿਆ ਹੈ, ਜਿਹੜਾ ਉਹਨਾਂ ਨੂੰ ਇੱਕ ਐਸੇ ਕਵੀ ਨੂੰ ਪੜ੍ਹ ਕੇ ਮਿਲਿਆ ਜਿਹੜਾ ਹੋਰ ਕਿਤੇ ਨਹੀਂ ਮਿਲਿਆ। ਸੋ ਜੇ ਉਹਨੇ ਸਰਵਾਂ ਦਿੱਤਾ ਤਾਂ ਉਹ ਕਹਿੰਦੇ ਇਹ ਕੀ ਹੈ, ਜੇ ਉਹਨੇ ਅੱਖਾਂ ਖੋਲੀਆਂ ਤਾਂ ਉਹ ਕਹਿੰਦੇ ਕਮਾਲ ਹੋ ਗਈ। ਐਕਸਪੀਰੀਅੰਸ ਤਾਂ ਇੱਕੋ ਹੀ ਹੈ। ਅਨੁਵਾਦ ਦੇ ਵਿੱਚ ਦੇਖੋ, ਮੈਨੂੰ ਇਹ ਲੱਗਦਾ ਹੁੰਦਾ ਕਿ ਅਨੁਵਾਦ ਨਾ ਸ਼ਾਇਦ ਇੱਕ ਟਰਾਂਸਪਲਾਂਟੇਸ਼ਨ ਹੈ। ਜਿਵੇਂ ਤੁਸੀਂ ਕੋਈ ਅਫਰੀਕਾ ਦਰਖਤ ਲਿਆ ਕੇ ਇੱਥੇ ਲਾ ਲਏ, ਉਹਨੇ ਆਪਣੇ ਹਿਸਾਬ ਨਾਲ ਹੀ ਵਧਣਾ ਹੋਊਗਾ, ਕਿਉਂਕਿ ਇੱਥੇ ਦਾ ਕਲਾਈਮੇਟ ਹੋ ਰਿਹਾ, ਇੱਥੇ ਦੀ ਮਿੱਟੀ ਹੋ ਰਿਹਾ। ਲੇਕਿਨ ਅਗਰ ਉਹ ਕਾਮਯਾਬ ਹੋ ਗਿਆ ਤਾਂ ਬਹੁਤ ਵਧੀਆ ਚੱਲੇਗਾ। ਫਲ ਦੇਵੇ ਨਾ ਦੇਵੇ ਜਾਂ ਹੋਰ ਤਰ੍ਹਾਂ ਦੇ ਦੇਵੇ, ਟੇਸਟ ਬਦਲ ਜਾਂਦਾ ਹੈ ਨਾ। ਹੁਣ ਜਿੱਦਾਂ ਅੰਬ ਹੈ, ਤੁਸੀਂ ਉਹਦੀ ਹਾਈਟ ਚੇਂਜ ਕਰ ਦਿਓ। ਐਪਲ ਲੋਕ ਪੰਜਾਬ 'ਚ ਵੀ ਲਾਉਣ ਲੱਗ ਪਏ ਸੀ, ਪਤਾ ਨਹੀਂ ਅੱਜ ਕੱਲ੍ਹ ਦੂਸਰੇ ਰੁੱਖਾਂ ਤੋਂ ਵੱਖਰਾ ਵੀ ਦਿਸੂਗਾ। ਬਿਲਕੁਲ। ਸੋ ਟਰਾਂਸਲੇਸ਼ਨ ਕਰਨ ਨੂੰ ਅਸੀਂ ਇਹ ਮੰਨੀਏ ਕਿ ਟਰਾਂਸਪਲਾਂਟੇਸ਼ਨ ਹੈ। ਇਹ ਨਹੀਂ ਹੈ ਕਿ ਤੁਸੀਂ ਉੱਦਾਂ ਹੀ ਚੁੱਕ ਕੇ ਉੱਥੋਂ ਦਾ ਕਲਾਈਮੇਟ ਥੋੜ੍ਹੀ ਲੈ ਆਓਗੇ, ਲੇਕਿਨ ਇਹੀ ਇਹਦਾ ਸਿਰਜਨਾਤਮਕ ਪੱਖ ਵੀ ਹੈ। ਇਸ ਲਈ ਟਰਾਂਸਲੇਸ਼ਨ ਲਈ ਲਫ਼ਜ਼ ਉਲੱਥਾ ਗਲਤ ਮੰਨਿਆ ਗਿਆ। ਮੈਂ ਇਸ ਨੂੰ, ਜਿਹੜੀ ਸੰਸਕ੍ਰਿਤ ਦੇ ਵਿੱਚ ਇੱਕ ਵਰਡ ਆਉਂਦਾ ਹੈ ਅਨੁਕ੍ਰਿਤੀ ਜੀ, ਅਨੁਕਾਰ, ਅਨੁਕ੍ਰਿਤੀ, ਕ੍ਰਿਤੀ ਇੱਕ ਤਾਂ ਇਹ ਵਰਕ ਹੈ, ਕਿਰਤ ਹੈ ਜੀ। ਸੋ ਕ੍ਰਿਤੀ ਦਾ ਮਤਲਬ ਹੁੰਦਾ ਕਿਰਤ ਹੈ, ਇਹਦੇ 'ਚ ਵਰਕ ਹੋਇਆ, ਬੰਦੇ ਨੇ ਕੰਮ ਕੀਤਾ। ਅਨੁਕ੍ਰਿਤੀ ਦਾ ਮਤਲਬ ਹੈ ਦਾ ਵਰਕ ਦੈਟ ਹੈਜ਼ ਕਮ ਆਫਟਰ, ਜਿਹੜਾ ਕੰਮ ਹੋ ਗਿਆ ਉਸ ਤੋਂ ਬਾਅਦ ਇੱਕ ਹੋਰ ਕੰਮ ਹੋ ਗਿਆ। ਸੋ ਜਿਹਨੂੰ ਅਸੀਂ ਓਰੀਜਨਲ ਕਹਿੰਦੇ ਹਾਂ, ਉਹਨੇ ਇੰਸਪਾਇਰ ਕੀਤਾ ਤੇ ਇਹ ਕੰਮ ਹੋ ਗਿਆ। ਸੋ ਇਸ ਦੀ ਇੱਕ ਆਪਣੀ ਹੋਂਦ ਹੈ। ਜਿਸ ਤਰ੍ਹਾਂ ਬੱਚਾ ਆਪਣੇ ਮਾਂ ਪਿਓ 'ਤੇ ਜਾਂਦਾ ਹੈ, ਉਸੇ ਤਰ੍ਹਾਂ ਅਨੁਵਾਦ ਵੀ ਆਪਣੇ ਮਾਂ ਪਿਓ 'ਤੇ ਜਾਂਦੀ ਹੈ। ਇਸ ਲਈ ਉਹ ਅਨੁਕਾਰ ਹੈ, ਉਹਦੇ ਵਰਗਾ ਹੈ। ਉਹਦੇ ਵਰਗਾ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਇਹ ਕਹੀਏ ਕਿ ਇਹ 100% ਪਿਓ ਵਰਗਾ ਕਿਉਂ ਨਹੀਂ ਹੈ, ਮਾਂ ਵਰਗਾ ਕਿਉਂ ਨਹੀਂ ਹੋਣਾ ਚਾਹੀਦਾ। ਅਸੀਂ ਨਹੀਂ ਚਾਹਾਂਗੇ ਕਿ ਸਾਡੇ ਬੱਚੇ ਦੀ ਇੱਕ ਆਪਣੀ ਹੋਂਦ ਹੋਵੇ, ਤਾਂ ਅਨੁਵਾਦ ਦੀ ਹੋਂਦ ਆਪਣੀ ਕਿਉਂ ਨਾ ਹੋਵੇ। ਹਾਂ, ਇੱਕ ਮੈਨੂੰ ਐਕਸਪੀਰੀਅੰਸ ਲੱਗਿਆ, ਮੈਂ ਪਿੱਛੇ ਜੇ ਕੋਈ ਕਿਤਾਬ ਰਿਵਿਊ ਕੀਤੀ, ਪੰਜਾਬੀ ਤੋਂ ਅੰਗਰੇਜ਼ੀ ਦੀ ਸੀ, ਪੋਇਟਰੀ ਦੀ, ਅਤੇ ਉਦੋਂ ਮੈਨੂੰ ਇਹ ਲਿਖਦੇ ਹੋਏ ਅਹਿਸਾਸ ਹੋਇਆ ਕਿ ਇੱਕ ਹੁੰਦਾ ਟਰਾਂਸਲੇਟਰਸ ਲਾਇਸੈਂਸ। ਜਿਵੇਂ ਅਸੀਂ ਇੰਗਲਿਸ਼ ਲਿਟਰੇਚਰ ਪੋਇਟਿਕਸ ਗੱਲ ਕਰਦੇ ਨਾ, ਪੋਇਟਿਕ ਲਾਇਸੈਂਸ ਦੀ, ਕਿ ਪੋਇਟ ਦਾ ਇੱਕ ਲਾਇਸੈਂਸ ਹੁੰਦਾ ਕਿ ਉਹ ਕੀ ਇਮੈਜਿਨ ਕਰ ਸਕਦਾ, ਕਿਹੜੇ ਰੂਲ ਤੋੜ ਸਕਦਾ। ਟਰਾਂਸਲੇਟਰ ਦਾ ਲਾਇਸੈਂਸ ਹੁੰਦਾ ਵੀ ਉਹਨੇ ਟਰਾਂਸਲੇਸ਼ਨ ਕਰਨੀ ਆ, ਕਿੰਨੀ ਹੱਦ ਤੱਕ ਆਜ਼ਾਦੀ ਮੰਨਣੀ। ਲੇਕਿਨ ਇੱਕ ਹੁੰਦਾ, ਜਿਹਨੂੰ ਮੈਂ ਕਿਹਾ ਕਿ ਪੋਇਟਿਕ ਲਾਇਸੈਂਸ਼ੀਅਸ, ਟਰਾਂਸਲੇਟਰਸ ਲਾਇਸੈਂਸ਼ੀਅਸਨੈਸ, ਉਹਦਾ ਵਿਚਾਰ ਹੈ, ਉਹ ਕੁਛ ਤਾਂ ਕੁਛ ਹੀ ਬਣਾ ਦਿੰਦਾ। ਮਤਲਬ ਕਈ ਵਾਰੀ ਸਾਨੂੰ ਇਹ ਹੁੰਦਾ ਵੀ ਔਖੇ ਹੋਣਾ ਪੈਂਦਾ, ਤਾਂ ਇੰਤਜ਼ਾਰ ਕਰ ਲਓ ਜਾਂ ਛੱਡ ਦਿਓ। ਮੈਂ ਤੁਹਾਨੂੰ ਸੱਚ ਦੱਸਣਾ ਕਿ ਕਈ ਵਾਰੀ ਇਸ ਤਰ੍ਹਾਂ ਹੋਇਆ ਕਿ ਮੈਂ ਕਵਿਤਾ ਟਰਾਂਸਲੇਸ਼ਨ ਕਰਨ ਲੱਗਾ, ਮੈਨੂੰ ਲੱਗਿਆ ਕਿ ਨਹੀਂ ਵੀ ਇਹ ਅਜੇ ਮੇਰੇ ਤੋਂ ਟਰਾਂਸਲੇਸ਼ਨ ਮੰਗਦੀ ਨਹੀਂ, ਜਾਂ ਮੈਨੂੰ ਇਜਾਜ਼ਤ ਨਹੀਂ ਦਿੰਦੀ, ਛੱਡ ਦਿਓ। ਕਦੀ ਮੌਕਾ ਮਿਲਿਆ, ਭਾਵੇਂ 20 ਸਾਲ ਬਾਅਦ ਕਰਾਂਗੇ, ਸਾਲ ਬਾਅਦ ਦੇਖਾਂਗੇ। ਇਹ ਵੀ ਹੋਇਆ। ਪਹਿਲਾਂ ਗੱਲ ਕੀਤੀ ਰਿਵਿਊ ਕਰਨ ਵਾਂਗੀ, ਕਈ ਵਾਰੀ ਗੀਤਾਂਜਲੀ ਦੀਆਂ ਟਰਾਂਸਲੇਸ਼ਨ ਹੋਈਆਂ ਪਹਿਲੇ। ਸਟ੍ਰੇ ਵਰਡਸ ਕਰਨ ਤੋਂ ਦੇ ਨਾਲ ਮੈਂ ਗੀਤਾਂਜਲੀ ਬਾਰੇ ਸੋਚਿਆ ਸੀ, ਪਰ ਮੈਨੂੰ ਲੱਗੀ ਮੇਰੇ ਤੋਂ ਨਹੀਂ ਹੋਣੀ। ਪਰ ਹੁਣ ਮੈਂ ਪਿਛਲੇ ਕੁਝ ਦਿਨ ਪਹਿਲੇ ਜਦੋਂ ਫਿਰ ਪੜ੍ਹੀ, ਮੈਨੂੰ ਲੱਗੇ ਮੈਂ ਕਰ ਲੂੰਗਾ। ਮੈਨੂੰ ਲੱਗਦਾ ਜਦ ਤੱਕ ਬੰਦਾ ਉਸ ਚੀਜ਼ ਦੀ ਰੂਹ 'ਚ ਉਤਰਦਾ ਨਹੀਂ, ਨਾਲੇ ਨਾ ਇੱਕ ਸੰਭਾਵਨਾਵਾਂ ਦੇ ਦਰਵਾਜ਼ੇ ਕਈ ਵਾਰੀ ਇੱਕ ਖਾਸ ਵਕਤ 'ਤੇ ਖੁੱਲ੍ਹਣੇ ਹੁੰਦੇ। ਬਿਲਕੁਲ। ਸੋ ਅਨੁਵਾਦ ਧੱਕੇ ਨਾਲ ਨਹੀਂ ਹੁੰਦਾ, ਹੈ ਨਾ। ਤੁਸੀਂ ਪਿੱਛੇ ਪਿੱਛੇ ਜਾਣਾ, ਉਹਨੇ ਆਵਾਜ਼ ਮਾਰਨੀ, ਤੁਰ ਪੈਣਾ ਬਸ।